स्पैशली फीमेल जिन्नियां भी अपनियां गर्ल चाइल्ड है, ईवन लड़के लड़कियां जिन्ने भी पढ़ाई कर रहे हैं, उन्होंने मैं यही कहना चाहूँगी कि मेहनत ज़रूर करो, मेहनत का फल ज़रूर मिलेगा। 8 ਤਰੀਕ ਨੂੰ ਮਹਿਲਾਵਾਂ ਲਈ ਹੀ 181 ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਇਨੈਗੋਰੇਟ ਕੀਤਾ ਜਾ ਰਿਹਾ ਹੈ। ਲੜਕੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ, ਅਨਮੈਰਿਡ ਲੜਕੀਆਂ ਨੂੰ, ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ, पढ़ के उस मकाम पे पहुँचण। इन्हीं से रोशन है सारा जहां, जीवन बुनती हैं स्त्रियां, और सृष्टि की रचना में एक बहुत ही बड़ा योगदान जो हम महिलाओं का है वो काबिले तारीफ़ है। ਵੱਧ ਤੋਂ ਵੱਧ ਆਪਣੀਆਂ ਲੜਕੀਆਂ ਨੂੰ ਪੜ੍ਹਾਓ, ਉਹਨਾਂ ਦੇ ਵਿਆਹ ਦੀ ਕਾਹਲੀ ਨਾ ਕਰੋ, ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਰੱਖੋ। महिला दिवस के उत्ते यही एक संदेश है कि बाहर निकलो, कुछ करो, चाहे वो सोशल वर्क है, चाहे तुहाडी एजुकेशन है या तुहाडा कोई भी बिजनेस है, जॉब है। महिला दिवस ਤੇ ਸਾਰੀਆਂ ਲੇਡੀਜ਼ ਨੂੰ, ਗਰਲਸ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ ਤੇ ਮੇਰੀ ਇਹੀ ਉਹਨਾਂ ਨੂੰ ਹੈ ਅਪੀਲ ਕਿ ਤੁਸੀਂ ਆਪਣੀ ਡਿਊਟੀਜ਼, ਆਪਣੇ ਅਧਿਕਾਰ ਪ੍ਰਤੀ ਸੁਚੇਤ ਰਹੋ। ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਕੀ ਰਾਈਟਸ ਹੈ, ਕੀ ਅਸੀਂ ਕਰ ਸਕਦੇ ਹਾਂ। ਜੈ ਹਿੰਦ ਦਰਸ਼ਕੋ, ਮੈਂ ਹਾਂ ਸ਼ਵੇਤਾ ਰਾਣਾ ਤੇ ਤੁਸੀਂ ਦੇਖ ਰਹੇ ਹੋ ਦ ਸਟਾਲਨ ਨਿਊਜ਼ ਵੈਬ ਟੀਵੀ। ਦਰਸ਼ਕੋ, ਔਰਤਾਂ ਨੂੰ ਆਤਮ ਨਿਰਭਰ ਅਤੇ ਸਸ਼ਕਤ ਬਣਾਉਣ ਲਈ ਸਰਕਾਰਾਂ ਵੱਲੋਂ ਅਤੇ ਵੱਖ-ਵੱਖ ਸੰਗਠਨਾਂ ਵੱਲੋਂ ਸਮੇਂ-ਸਮੇਂ ਤੇ ਕੁਝ ਯੋਜਨਾਵਾਂ ਲਿਆਈਆਂ ਜਾਂਦੀਆਂ ਨੇ ਤਾਂ ਕਿ ਉਹ ਸਮਾਜ ਦੇ ਪ੍ਰਤੀ ਆਪਣਾ ਇੱਕ ਫਰਜ਼ ਨਿਭਾ ਸਕਣ, ਅਤੇ ਇਸ ਦੇ ਨਾਲ-ਨਾਲ ਹੀ ਦੂਜੇ ਪਾਸੇ ਸਰਕਾਰ ਵੱਲੋਂ ਔਰਤਾਂ ਨੂੰ ਅਤੇ ਮਹਿਲਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਜਿਹੜਾ ਸਖਤ ਤੋਂ ਸਖਤ ਕਾਨੂੰਨ ਬਣਾਏ ਗਏ ਨੇ ਤੇ ਦੂਜੇ ਪਾਸੇ ਉਹਨਾਂ ਨੂੰ ਜਾਗਰੂਕ ਕਰਨ ਲਈ ਆਪਣੇ ਹੱਕਾਂ ਤੋਂ ਅਵੇਅਰਨੈਸ ਕੈਂਪ ਵੀ ਸਮੇਂ-ਸਮੇਂ ਤੇ ਲਗਾਏ ਜਾਂਦੇ ਹਨ। ਪਰ ਅੱਜ ਵੀ ਮਹਿਲਾਵਾਂ ਆਪਣੇ ਹੱਕਾਂ ਤੋਂ ਕਾਫੀ ਦੂਰ ਨਜ਼ਰ ਆ ਰਹੀਆਂ ਨੇ, ਕਿਉਂਕਿ ਦੇਸ਼ ਦੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿੱਚ ਮਹਿਲਾਵਾਂ ਸੁਰੱਖਿਅਤ ਮਹਿਸੂਸ ਹੀ ਨਹੀਂ ਕਰ ਰਹੀਆਂ ਤੇ ਮਹਿਲਾਵਾਂ ਦੇ ਪ੍ਰਤੀ ਸਨਮਾਨ ਅਤੇ ਉਹਨਾਂ ਨੂੰ ਆਪਣੇ ਹੱਕਾਂ ਦਾ ਆਭਾਸ ਕਰਨ ਲਈ ਸਾਲ ਦਾ ਇੱਕ ਦਿਨ ਯਾਨੀ ਕਿ 8 ਮਾਰਚ ਦਾ ਦਿਨ ਮਹਿਲਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਪਰ ਦਰਸ਼ਕੋ, ਕਿਤੇ ਨਾ ਕਿਤੇ ਜਾਗਰੂਕਤਾ ਵਿੱਚ ਕਮੀ ਹੋਣ ਦੇ ਕਾਰਨ ਮਹਿਲਾਵਾਂ ਨੂੰ ਆਪਣੇ ਹੱਕਾਂ ਦੇ ਪ੍ਰਤੀ ਉਹ ਇੰਨੀਆਂ ਜਾਗਰੂਕ ਨੇ, ਇਸ ਕਮੀ ਹੋਣ ਦੇ ਕਾਰਨ ਜਿਹੜੇ ਸਰਕਾਰਾਂ ਤੇ ਚਾਹੇ ਵੱਖ-ਵੱਖ ਸੰਗਠਨ ਚਾਹੇ ਜਿੰਨੀਆਂ ਮਰਜ਼ੀ ਯੋਜਨਾਵਾਂ ਲਿਆਉਂਦੇ ਨੇ ਪਰ ਉਹ ਸਾਰਥਕ ਹੀ ਨਹੀਂ ਸਿੱਧ ਹੁੰਦੀ। ਉਹਦਾ ਮੇਨ ਕਾਰਨ ਇਹੀ ਹੈ ਕਿ ਅਸੀਂ ਉਹਦੇ ਪ੍ਰਤੀ ਅਵੇਅਰਨੈਸ ਹੀ ਨਹੀਂ ਹੈਗੀ ਸਾਡੇ ਵਿੱਚ। ਤੇ ਦੂਜੇ ਪਾਸੇ ਸਾਡੇ ਸਾਰਿਆਂ ਲਈ ਇਹ ਮਾਣ ਵਾਲੀ ਗੱਲ ਵੀ ਹੈ ਕਿ ਜਿਹੜੀਆਂ ਮਹਿਲਾਵਾਂ ਆਪਣੇ ਹੱਕਾਂ ਦੇ ਪ੍ਰਤੀ ਜਾਣੂ ਨੇ, ਉਹ ਤਰੱਕੀ ਦੀਆਂ ਰਾਹਾਂ ਵਿੱਚ ਨਵੀਆਂ ਲਾਂਘਾਂ ਪੱਟ ਰਹੀਆਂ ਨੇ ਅਤੇ ਨਵੇਂ ਇਤਿਹਾਸ ਦੀ ਸਿਰਜਣਾ ਕਰ ਰਹੀਆਂ ਨੇ। ਤੁਹਾਨੂੰ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ 8 ਮਾਰਚ ਦਾ ਦਿਨ ਮਹਿਲਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਤੇ ਇਸੇ ਦਿਨ ਦੇ ਮੱਦੇਨਜ਼ਰ ਅਸੀਂ ਕੁਝ ਮਹਿਲਾਵਾਂ ਨਾਲ ਗੱਲ ਕਰਾਂਗੇ ਜੋ ਪੜ੍ਹਾਈ, ਖੇਡਾਂ ਅਤੇ ਹੋਰਨਾਂ ਖੇਤਰਾਂ ਵਿੱਚ ਜਿਨ੍ਹਾਂ ਨੇ ਇੱਕ ਅੱਛਾ ਮਕਾਮ ਹਾਸਿਲ ਕੀਤਾ ਹੈ ਤੇ ਉਸ ਦੇ ਨਾਲ-ਨਾਲ ਹੀ ਜਿਨ੍ਹਾਂ ਨੇ ਸਫਲਤਾ ਦੀਆਂ ਰਾਹਾਂ ਚੁੰਮੀਆਂ ਨੇ। ਦਰਸ਼ਕੋ, ਹੁਣ ਸਾਡੇ ਨਾਲ ਇਹੋ ਜਿਹੇ ਆਤਮ ਨਿਰਭਰ ਅਤੇ ਸਸ਼ਕਤ ਮਹਿਲਾ ਡੀਐਸਪੀ ਮਾਧਵੀ ਸ਼ਰਮਾ ਜੀ ਮੌਜੂਦ ਨੇ। ਇਹਨਾਂ ਨਾਲ ਗੱਲ ਕਰਦੇ ਹਾਂ। ਮੈਮ ਨਮਸਕਾਰ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਟੈਲਰ ਨਿਊਜ਼। ਨਮਸਕਾਰ, ਥੈਂਕ ਯੂ ਮੈਮ। ਪਹਿਲੇ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈ ਮਹਿਲਾ ਦਿਵਸ ਦੀ, ਤੇ ਉਸ ਦੇ ਨਾਲ ਮੈਮ ਸਰਕਾਰ ਵੱਲੋਂ ਅਪਰਾਧ ਤੇ ਨਕੇਲ ਕੱਸਣ ਵਾਸਤੇ ਸਖਤ ਸਜ਼ਾ ਹੋਣ ਦੇ ਬਾਵਜੂਦ ਵੀ ਮਹਿਲਾਵਾਂ ਤੇ ਜ਼ੁਲਮ ਨਹੀਂ ਰੁਕ ਰਹੇ ਅਤੇ ਉਹਨਾਂ ਨੂੰ ਜ਼ੁਲਮ ਦਾ ਸ਼ਿਕਾਰ ਹੋਣਾ ਪੈ ਰਿਹਾ, ਤੇ ਇਹਦੇ ਪਿੱਛੇ ਕੀ ਕਾਰਨ ਸਮਝਦੇ ਹੋ? ਤੁਹਾਨੂੰ ਵੀ ਤੇ ਸਾਰੇ ਵਿਊਅਰਸ ਨੂੰ ਮਹਿਲਾ ਦਿਵਸ ਦੀ ਬਹੁਤ-ਬਹੁਤ ਵਧਾਈ ਮੇਰੇ ਵੱਲੋਂ ਵੀ। ਤੇ ਇੱਕ ਚੀਜ਼ ਸਾਨੂੰ ਸਭ ਨੂੰ ਦੇਖਣੀ ਪੈਣੀ, ਅਗਰ ਕਿਸੇ ਵੀ ਮਹਿਲਾ 'ਤੇ ਕੋਈ ਜ਼ੁਲਮ ਹੋ ਰਿਹਾ ਹੈ, ਉਹ ਸਾਡੇ ਸਮਾਜ ਵਿੱਚੋਂ ਹੀ ਕੋਈ ਕਰ ਰਿਹਾ ਹੈ। ਪੁਲਿਸ ਜੁਰਮ ਨੂੰ ਰੋਕ ਸਕਦੀ ਹੈ, ਅਗਰ ਜੁਰਮ ਹੋ ਜਾਂਦਾ ਉਸ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਦਿਲਵਾ ਸਕਦੀ ਹੈ। ਪਰ ਜੇ ਅਸੀਂ ਜੁਰਮਾਂ ਨੂੰ ਉਹਨਾਂ ਦੀ ਜੜ੍ਹ ਤੋਂ ਹੀ ਹੋਣ ਤੋਂ ਰੋਕਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਆਪਣੇ ਸਮਾਜ ਦਾ ਮਾਈਂਡਸੈਟ ਚੇਂਜ ਕਰੀਏ। ਉਹਦੇ ਵਿੱਚ ਪੁਲਿਸ ਆਪਣਾ ਹਿੱਸਾ ਜ਼ਰੂਰ ਪਾ ਸਕਦੀ ਹੈ ਵੱਖ-ਵੱਖ ਉਪਰਾਲੇ ਕਰਨ ਦੇ ਨਾਲ, ਪਰ ਸਭ ਤੋਂ ਵੱਡਾ ਉਹਦੇ ਵਿੱਚ ਜਿਹੜਾ ਵੀ ਇਨਸਾਨ ਯੋਗਦਾਨ ਪਾ ਸਕਦਾ ਹੈ ਉਹ ਮਾਂ-ਬਾਪ ਹੈ। ਅਗਰ ਮਾਂ-ਬਾਪ ਆਪਣੇ ਲੜਕਿਆਂ ਨੂੰ ਸਿਖਾਉਣ ਕਿ ਲੜਕੀਆਂ ਦੇ ਨਾਲ ਕਿਸ ਤਰ੍ਹਾਂ ਨਾਲ ਬਿਹੇਵ ਕਰਨਾ ਹੈ ਤਾਂ ਅੱਗੇ ਜਾ ਕੇ ਇਹ ਜ਼ੁਲਮ ਹੋਣ ਦੀ ਨੌਬਤ ਹੀ ਨਹੀਂ ਆਏਗੀ। ਸਭ ਤੋਂ ਵੱਡਾ ਰੀਜ਼ਨ ਜਿਹੜਾ ਕਿ ਕ੍ਰਾਈਮ ਵਧਣ ਦਾ ਉਹ ਮਾਈਂਡਸੈਟ ਹੈ ਯੂਥ ਦਾ। ਅੱਗੇ ਤੋਂ ਅੱਗੇ ਨਿਊਕਲੀਅਰ ਫੈਮਲੀਜ਼ ਦੇ ਨਾਲ ਹੋਰ ਜ਼ਿਆਦਾ ਪ੍ਰੋਬਲਮਸ ਆ ਰਹੀਆਂ। ਸੋ ਦਿਸ ਇਜ਼ ਦ ਮੇਨ ਰੀਜ਼ਨ ਐਜ਼ ਪਰ ਮਾਈ ਪੁਆਇੰਟ ਆਫ ਵਿਊ। ਤੇ ਮੈਮ ਕੁਛ ਕੇਸਿਸ ਇਹੋ ਜਿਹੇ ਹੁੰਦੇ ਨੇ ਜਿਹਦੇ ਵਿੱਚ ਮਹਿਲਾਵਾਂ ਗਲਤ ਹੁੰਦੀਆਂ ਨੇ, ਉਹ ਇਲੀਗਲ ਕੰਮ ਕਰਦੀਆਂ ਨੇ ਤੇ ਇਸ ਦੇ ਨਾਲ ਨਸ਼ੇ ਵਿੱਚ ਲਿਪਤ ਪਾਈਆਂ ਜਾਂਦੀਆਂ ਨੇ, ਪਰ ਉਹ ਇੰਨੀ ਚਲਾਕੀ ਨਾਲ ਉਸ ਅਪਰਾਧ ਵਿੱਚੋਂ ਬਾਹਰ ਨਿਕਲ ਜਾਂਦੀਆਂ ਨੇ ਤੇ ਆਪਣਾ ਸਾਰਾ ਅਪਰਾਧ ਕਿਸੇ ਹੋਰ 'ਤੇ ਬਲੇਮ ਕਰ ਦਿੰਦੀਆਂ ਨੇ, ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ? ਇਹੋ ਜਿਹਾ ਬਿਲਕੁਲ ਵੀ ਨਹੀਂ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੂੰਗੀ ਜਿਨ੍ਹਾਂ ਵੀ ਕੇਸਿਸ ਦੇ ਵਿੱਚ ਮਹਿਲਾਵਾਂ ਲਿਪਤ ਹੈਗੇ ਹੈ, ਨਸ਼ੇ ਦੀ ਤਸਕਰੀ ਕਰਦੇ ਆ ਜਾਂ ਇਹੋ ਜਿਹੇ ਕੋਈ ਵੀ ਕੇਸਿਸ ਹੈ, ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੀ ਮੁਕੱਦਮੇ ਵੀ ਦਰਜ ਹੈ ਉਹਨਾਂ ਦੇ ਉੱਤੇ। ਉਹਨਾਂ ਦੀ ਪ੍ਰੋਪਰਟੀ ਨੂੰ ਲਿੰਕ ਵੀ ਕੀਤਾ ਜਾ ਰਿਹਾ, ਜਿਹੜੀ ਵੀ ਅਸੀਂ ਗੈਰ ਕਾਨੂੰਨੀ ਤੌਰ 'ਤੇ ਨਸ਼ਾ ਵੇਚਣ ਨਾਲ ਪ੍ਰੋਪਰਟੀ ਜਿਹੜੀ ਵੀ ਉਹਨਾਂ ਨੇ ਬਣਾਈ ਹੁੰਦੀ ਹੈ, ਉਹਨਾਂ ਦੇ ਵੀ ਅਸੀਂ ਪ੍ਰਪੋਜ਼ਲ ਬਣਾ ਕੇ ਭੇਜਦੇ ਹਾਂ ਤਾਂ ਕਿ ਉਹਨੂੰ ਸਰਕਾਰ ਕਬਜ਼ੇ ਵਿੱਚ ਲਵੇ ਅਤੇ ਇਹੋ ਜਿਹੀ ਚੀਜ਼ਾਂ ਨੂੰ ਬੜਾਵਾ ਨਾ ਮਿਲੇ। ਜੁਰਮ ਕੋਈ ਵੀ ਹੁੰਦਾ, ਚਾਹੇ ਉਹ ਮਹਿਲਾ ਕਰਦੀ ਹੈ ਜਾਂ ਪੁਰਸ਼ ਕਰਦਾ ਹੈ, ਦੋਵਾਂ 'ਤੇ ਇੱਕੋ ਜਿਹੀ ਕਾਰਵਾਈ ਹੁੰਦੀ ਹੈ।
ਮੈਮ ਅੱਜ ਤੁਸੀਂ ਇੱਕ ਬਹੁਤ ਵੱਡਾ ਮਕਾਮ ਹਾਸਿਲ ਕੀਤਾ ਹੈ ਤੇ ਬਾਕੀ ਮਹਿਲਾਵਾਂ ਲਈ ਵੀ ਮਿਸਾਲ ਹੈ ਇਹ, ਤੇ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਤੁਸੀਂ ਆਪਣੀ ਇਸ ਕਾਮਯਾਬੀ ਦਾ ਸ਼੍ਰੇ ਕਿਹਨੂੰ ਦੇਣਾ ਚਾਹੋਗੇ? ਡੈਫੀਨਿਟਲੀ ਆਪਣੇ ਪੈਰੈਂਟਸ ਨੂੰ, ਬਿਕਾਜ਼ ਪੈਰੈਂਟਸ ਸਪੋਰਟ ਨਾ ਕਰਨ ਤੇ ਅਸੀਂ ਕਿਤੇ ਵੀ ਨਹੀਂ ਆ ਸਕਦੇ। ਅਪਾਰਟ ਫਰਮ ਦੈਟ ਸਭ ਤੋਂ ਜ਼ਿਆਦਾ ਵੱਡੀ ਚੀਜ਼ ਜੋ ਤੁਹਾਨੂੰ ਕਿਤੇ ਵੀ ਲੈ ਕੇ ਜਾ ਸਕਦੀ ਹੈ ਉਹ 'ਤੇ ਮਿਹਨਤ ਹੁੰਦੀ ਹੈ। ਸੋ ਮੈਂ ਸਭ ਨੂੰ ਸਪੈਸ਼ਲੀ ਫੀਮੇਲ ਜਿੰਨੀਆਂ ਵੀ ਆਪਣੀਆਂ ਗਰਲ ਚਾਈਲਡ ਹੈ, ਈਵਨ ਲੜਕੇ ਲੜਕੀਆਂ ਜਿੰਨੇ ਵੀ ਪੜ੍ਹਾਈ ਕਰ ਰਹੇ ਹੈ, ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਮਿਹਨਤ ਜ਼ਰੂਰ ਕਰੋ, ਮਿਹਨਤ ਦਾ ਫਲ ਜ਼ਰੂਰ ਮਿਲੇਗਾ। ਹੁਣ ਸਾਡੇ ਨਾਲ ਵੂਮਨ ਸੈੱਲ ਦੇ ਇੰਚਾਰਜ ਹਰਪ੍ਰੀਤ ਕੌਰ ਜੀ ਮੌਜੂਦ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਮੈਮ, ਸਰਕਾਰ ਵੱਲੋਂ ਸਮੇਂ-ਸਮੇਂ ਤੇ ਮਹਿਲਾਵਾਂ ਦੀ ਸੁਰੱਖਿਆ ਵਾਸਤੇ ਯੋਜਨਾਵਾਂ ਲਿਆਈਆਂ ਜਾਂਦੀਆਂ ਨੇ, ਪਰ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਹੈ ਕਿ ਮਹਿਲਾਵਾਂ ਅੱਜ ਵੀ ਆਪਣੇ ਹੱਕਾਂ ਤੋਂ ਬਹੁਤ ਜ਼ਿਆਦਾ ਦੂਰ ਨੇ, ਵਾਂਝੀਆਂ ਨੇ ਅੱਜ ਵੀ ਆਪਣੇ ਹੱਕਾਂ ਤੋਂ। ਤੇ ਮੈਮ, ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਅਵੇਅਰ ਕਰਦੇ ਹੋ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਕਰਨ ਲਈ? ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਮਹਿਲਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। 8 ਤਰੀਕ ਨੂੰ ਮਹਿਲਾ ਦਿਵਸ ਹੈ ਤੇ ਇਸ ਬਾਰੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ 8 ਤਰੀਕ ਨੂੰ ਮਹਿਲਾਵਾਂ ਲਈ ਹੀ 181 ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਇਨੈਗੋਰੇਟ ਕੀਤਾ ਜਾ ਰਿਹਾ ਹੈ। 181 ਹੈਲਪਲਾਈਨ ਦੀ ਲਾਂਚਿੰਗ ਹੋ ਰਹੀ ਹੈ। ਇਹ ਸਪੈਸ਼ਲ ਵੂਮਨਸ ਲਈ ਹੈਗਾ ਆ, ਜਿਹੜੀਆਂ ਲੜਕੀਆਂ, ਜਿਹੜੀਆਂ ਲੇਡੀਜ਼ ਆਪਣੇ ਬਜ਼ੁਰਗ, ਆਪਣੇ ਬੱਚੇ ਆ, ਸੀਨੀਅਰ ਸਿਟੀਜ਼ਨਸ ਹੈਗੇ ਆ, ਉਹਨਾਂ ਲਈ ਬਣਾਈ ਗਈ ਹੈ। 181 ਤੇ ਕੋਈ ਵੀ ਮਹਿਲਾ ਸਾਡੇ ਕਾਲ ਕਰ ਸਕਦੀ ਹੈ ਜਿਹਨੂੰ ਕਿ ਕੋਈ ਜਿਨਸੀ ਸ਼ੋਸ਼ਣ, ਕੋਈ ਡੋਮੈਸਟਿਕ ਵਾਇਲੈਂਸ, ਕੋਈ ਦਾਜ ਦੇ ਪ੍ਰਤੀ ਕੋਈ ਵੀ ਪ੍ਰੋਬਲਮ ਹੈਗੀ ਆ, ਉਹ ਨਿਧੜਕ ਹੋ ਕੇ 181 ਤੇ ਕਾਲਸ ਕਰ ਸਕਦੀ ਆ। ਜਦੋਂ 181 ਤੇ ਕਾਲ ਆਏਗੀ ਤੇ ਉਹਦੇ ਤੇ ਸਾਡੇ ਮੁਤਲਕਾ ਥਾਣਿਆਂ ਨੂੰ, ਸਾਡੇ ਮੁਤਲਕਾ ਡਿਸਟ੍ਰਿਕਟਸ ਨੂੰ ਉਹ ਆਏਗੀ ਤੇ ਫਿਰ ਅਸੀਂ ਉਹਨਾਂ ਨੂੰ ਉੱਥੇ ਬੁਲਾ ਕੇ ਉਹਨਾਂ ਦਾ ਨਿਪਟਾਰਾ ਕਰਾਂਗੇ। ਤੇ ਅਸੀਂ ਉਹਨਾਂ ਨੂੰ ਅਵੇਅਰ ਪਹਿਲਾਂ ਵੀ ਕੀਤਾ ਹੈ, ਜਿੱਦਾਂ ਅਸੀਂ ਪੈਂਫਲੇਟਸ ਛਪਾ ਕੇ ਪਿੰਡਾਂ 'ਚ ਜਾ ਕੇ ਅਸੀਂ ਉਹਨਾਂ ਨੂੰ ਅਵੇਅਰ ਕਰਦੇ ਹਾਂ। ਉਹਨਾਂ ਦੇ ਲੇਡੀਜ਼ ਦੇ ਜਿਹੜੇ ਕਾਨੂੰਨ ਉਹਨਾਂ ਦੀ ਸੁਰੱਖਿਆ ਲਈ ਬਣਾਏ ਗਏ ਹਨ, ਉਹਨਾਂ ਲਈ ਅਸੀਂ ਬਹੁਤ ਅਵੇਅਰ ਕਰਦੇ ਹਾਂ। ਸਕੂਲਾਂ ਦੇ ਵਿੱਚ ਸੈਮੀਨਾਰ ਵੀ ਲਾਏ ਜਾਂਦੇ ਹਨ ਤੇ ਜਿੱਦਾਂ ਸਾਡੇ ਵੂਮਨ ਸੈੱਲ 'ਚ ਵੀ ਸਾਡੇ ਕੋਲ ਕੰਪਲੇਂਟਸ ਆਉਂਦੀਆਂ ਆ ਤੇ ਜਦੋਂ ਸਾਡੇ ਕੋਲ ਲੜਕੀਆਂ ਆਉਂਦੀਆਂ ਉਹ ਸਾਨੂੰ ਕੱਲੀਆਂ ਵੀ ਬੈਠ ਕੇ ਅਸੀਂ ਫੈਮਿਲੀ ਉਹਨਾਂ ਨੂੰ ਇਨਵਾਇਰਮੈਂਟ ਦਿੰਦੇ ਹਾਂ ਤਾਂ ਕਿ ਉਹ ਖੁੱਲ੍ਹ ਕੇ ਸਾਨੂੰ ਆਪਣਾ ਜੋ ਵੀ ਗੱਲਬਾਤ ਹੈ ਕਿ ਇਹ ਸਾਨੂੰ ਦੱਸ ਸਕਣ ਤਾਂ ਕਿ ਉਹਨਾਂ ਦਾ ਅਸੀਂ ਨਿਪਟਾਰਾ ਕਰ ਸਕੀਏ। ਕਿਉਂਕਿ ਪਹਿਲਾਂ ਹੁੰਦਾ ਸੀਗਾ ਕਿ ਜੈਂਟਸ ਵੀ ਹੁੰਦੇ ਸੀਗੇ, ਪਰ ਹੁਣ ਸਿਰਫ ਵੂਮਨ ਸੈੱਲ ਬਣਾਏ ਗਏ ਹਨ। ਇਹਦੇ ਵਿੱਚ PPM 112 ਤੇ ਵੀ ਕਾਲ ਹੋ ਸਕਦੀ ਆ। ਉਹਦੇ ਤੇ PPM ਦੇ ਜਿੱਦਾਂ ਕੋਈ ਵੀ ਲੇਡੀਜ਼ ਉੱਥੇ ਕਾਲ ਕਰ ਸਕਦੀ ਹੈ। ਉੱਥੇ ਵੀ ਸੇਮ ਇਹੀ ਹੈ ਕਿ ਜਦੋਂ ਕੋਈ ਲੇਡੀਜ਼ ਆਏਗੀ ਤੇ ਉਹਦਾ ਉੱਥੇ ਨਿਪਟਾਰਾ ਕੀਤਾ ਜਾਏਗਾ। ਜੋ ਵੀ ਉਹਨੂੰ ਪ੍ਰੋਬਲਮ ਹੋਏਗੀ, ਜੇ ਤਾਂ ਬਹੁਤ ਜ਼ਿਆਦਾ ਉਹਨੂੰ ਪ੍ਰੋਬਲਮ ਹੈਗੀ ਆ ਤਾਂ ਇਮੀਡੀਏਟਲੀ ਉੱਥੇ ਜਾਇਆ ਜਾਏਗਾ। ਐਮਰਜੈਂਸੀ ਰੈੱਡ 'ਚ ਇਹ ਕਾਊਂਟ ਹੋਏਗੀ ਇਹ ਵਾਲੀ ਕੰਪਲੇਂਟ, ਜਿਹੜਾ ਕਿ ਅਸੀਂ ਇੱਕ ਦਿਨ 'ਚ ਜਾਂ 1 ਘੰਟੇ 'ਚ ਜਾਂ 2 ਘੰਟੇ 'ਚ ਇਹਨੂੰ ਅਸੀਂ ਕੰਮ ਇਹਦਾ ਕਰਾਂਗੇ। ਤੇ ਇੱਕ ਬਲੂ ਲਾਈਨ ਦੀ ਹੋਏਗੀ ਜਿਹੜਾ ਕਿ ਅਸੀਂ ਉਹਨੂੰ 20 ਦਿਨਾਂ 'ਚ, ਜੇ ਉਹ ਜ਼ਿਆਦਾ ਡੀਪਲੀ ਜਿਹਦੀ ਇਨਕੁਆਇਰੀ ਕਰਨੀ ਹੋਊਗੀ ਉਹ ਅਸੀਂ ਕਰਾਂਗੇ। ਹਰ ਰੋਜ਼ ਤੁਹਾਡੇ ਕੋਲ ਨਵੇਂ ਕੇਸਿਸ ਆਉਂਦੇ ਹੋਣਗੇ ਮਹਿਲਾਵਾਂ ਦੇ ਰਿਗਾਰਡਿੰਗ, ਤੇ ਮੈਮ ਕਿਸ ਤਰ੍ਹਾਂ ਤੁਸੀਂ ਉਹਨਾਂ ਕੇਸਿਸ ਨੂੰ ਮੈਨੇਜ ਕਰਦੇ ਹੋ? ਕਿਉਂਕਿ ਸਾਰੀ ਜ਼ਿੰਮੇਵਾਰੀ ਜਿਹੜੀ ਤੁਹਾਡੇ ਤੇ ਹੀ ਹੁੰਦੀ ਹੈ ਤੇ ਕੁਝ ਇਹੋ ਜਿਹੇ ਕੇਸਿਸ ਵੀ ਹੁੰਦੇ ਨੇ ਜਿਨ੍ਹਾਂ ਵਿੱਚ ਝੂਠ ਵੀ ਬੋਲਿਆ ਜਾਂਦਾ ਹੈ ਤੇ ਸੱਚ ਦਾ ਵੀ ਸਾਹਮਣਾ ਤੁਹਾਨੂੰ ਕਰਨਾ ਪੈਂਦਾ ਹੈ, ਤੇ ਸਭ ਕੁਝ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਦੇ ਹੋ? ਇਹਦੇ ਵਿੱਚ ਇੱਦਾਂ ਆ, ਜਦੋਂ ਕੋਈ ਲੇਡੀਜ਼ ਆਉਂਦੀ ਆ, ਸਾਨੂੰ ਕੰਪਲੇਂਟ ਆਉਂਦੀ ਆ, ਸਾਡੇ ਕੋਲ ਕੰਪਲੇਂਟ ਸਿੱਧੀ SSP ਸਾਹਿਬ ਕੋਲ ਆਉਂਦੀ ਆ ਤੇ ਉਹਦੇ ਤੋਂ ਬਾਅਦ ਸਾਨੂੰ ਮਾਰਕ ਹੁੰਦੀ ਆ। ਫਿਰ ਅਸੀਂ ਦੋਨੋਂ ਪਾਰਟੀਜ਼ ਨੂੰ ਕਾਉਂਸਲਿੰਗ ਨੂੰ ਬੁਲਾਉਂਦੇ ਆ। ਫਿਰ ਅਸੀਂ ਲੜਕੀ ਔਰ ਲੜਕੀ ਦੀ ਇਕੱਲੇ ਦੀ ਅਸੀਂ ਦੋਨਾਂ ਦੀ ਗੱਲ ਸੁਣਦੇ ਆ। ਫਿਰ ਬਾਅਦ 'ਚੋਂ ਇਹਨਾਂ ਦੇ ਜਿਹੜੇ ਇਨਲੌਜ਼ ਹੈਗੇ ਉਹਨਾਂ ਦੀ ਗੱਲ ਸੁਣਦੀ ਆ ਤੇ ਫਿਰ ਉਹਦੇ ਵਿੱਚ ਅਸੀਂ ਮੈਟਰ ਦੇਖ ਲੈਂਦੇ ਹਾਂ ਕਿ ਵੈਦਰ ਇਹ ਸੱਚ ਆ, ਝੂਠ ਆ ਜਾਂ ਇਹਦੇ 'ਚ ਕੀ ਆ। ਕਈ ਵਾਰੀ ਤਾਂ ਛੋਟੇ ਮਾਮਲੇ ਹੁੰਦੇ ਆ ਤੇ ਉਹ ਕੰਪਰੋਮਾਈਜ਼ ਹੋ ਜਾਂਦੇ ਆ। ਕਈ ਵਾਰੀ ਥੋੜ੍ਹਾ ਜ਼ਿਆਦਾ ਮਤਲਬ ਲੇਡੀਜ਼ ਦਾ ਸ਼ੋਸ਼ਣ ਹੋਇਆ ਹੁੰਦਾ ਆ ਤੇ ਉਹਦੇ 'ਚ ਫਿਰ ਅਸੀਂ ਜਿਹੜਾ ਸਟੈਪ, ਜਿਹੜਾ ਕ੍ਰਾਈਮ ਲੜਕੀ ਨਾਲ ਹੋਇਆ ਹੁੰਦਾ ਉਸ ਮੁਤਾਬਕ ਕਾਨੂੰਨੀ ਤੌਰ 'ਤੇ ਕਾਰਵਾਈ ਕਰਦੇ ਹਾਂ। ਤੇ ਉਹਦੇ ਵਿੱਚ ਇਹ ਹੈਗਾ ਆ ਕਿ ਜਦੋਂ ਕਈ ਵਾਰੀ ਲੜਕੀਆਂ ਦਾ ਥੋੜ੍ਹਾ ਜਿਹਾ ਇਹ ਵੀ ਹੋ ਜਾਂਦਾ, ਥੋੜ੍ਹਾ ਸੱਚ ਵੀ ਹੁੰਦਾ ਆ, ਝੂਠ ਵੀ ਹੁੰਦਾ ਆ। ਪਰ ਉਹਦੇ 'ਚ ਇਹ ਆ ਵੀ ਜੇ ਝੂਠ ਵੀ ਹੁੰਦਾ ਤਾਂ ਅਸੀਂ ਫਿਰ ਵੀ ਦੋਨਾਂ ਦਾ ਅਸੀਂ ਕੰਪਰੋਮਾਈਜ਼ ਕਰਾਉਣ ਦੀ ਕੋਸ਼ਿਸ਼ ਕਰੀਦੀ ਹੈ ਵੀ ਹਾਂ ਕਿਸੇ ਤਰ੍ਹਾਂ ਇਹਨਾਂ ਦਾ ਘਰ ਵਸ ਜਾਵੇ। ਤੇ ਸਾਡੀ ਬੈਟਰ ਮਤਲਬ ਕੋਸ਼ਿਸ਼ ਇਹੀ ਹੁੰਦੀ ਹੈ ਕਿ ਚਾਹੇ ਜਿੱਦਾਂ ਮਰਜ਼ੀ ਆ ਇਹਨਾਂ ਦਾ ਘਰ ਅਸੀਂ ਵਸਾਈਏ। ਅੱਜ ਇੱਕ ਬਹੁਤ ਵੱਡਾ ਮੁਕਾਮ ਹਾਸਿਲ ਕੀਤਾ ਹੈ ਤੇ ਤੁਸੀਂ ਇਸ ਦਾ ਸ਼੍ਰੇ ਕਿਹਨੂੰ ਦੇਣਾ ਚਾਹੋਗੇ ਤੇ ਬਾਕੀਆਂ ਮਹਿਲਾਵਾਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕਰਨਾ ਚਾਹੋਗੇ? ਇਹਦੇ 'ਚ ਇਹੀ ਹੈ ਕਿ ਮੈਂ ਸੰਦੇਸ਼ ਇਹੀ ਦੇਣਾ ਚਾਹੁੰਦੀ ਹਾਂ ਸਾਰੀ ਲੇਡੀਜ਼ ਨੂੰ। ਸਪੈਸ਼ਲੀ ਮੈਂ ਇਹਦੇ 'ਚ ਲੜਕੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ, ਅਨਮੈਰਿਡ ਲੜਕੀਆਂ ਨੂੰ, ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ
ਪੜ੍ਹ ਕੇ ਉਸ ਮੁਕਾਮ ਤੇ ਪਹੁੰਚਣ। ਮਤਲਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਡਾਇਰੈਕਟਲੀ ਭਰਤੀ ਵੀ ਹੁੰਦੀ ਹੈ ਤੇ ਉਹਦੇ 'ਚ ਭਰਤੀ ਹੋ ਕੇ ਜਿੰਨੇ ਵੀ ਕ੍ਰਾਈਮਸ ਲੇਡੀਜ਼ ਨਾਲ ਹੁੰਦੇ ਆ ਪੁਲਿਸ ਡਿਪਾਰਟਮੈਂਟ ਵਿੱਚ ਆ ਕੇ ਤੇ ਉਹ ਹੈਲਪ ਹੋ ਸਕਦੀ ਹੈ ਲੇਡੀਜ਼ ਨੂੰ ਬਹੁਤ ਜ਼ਿਆਦਾ। ਹਜੇ ਵੀ ਸਾਡੇ ਡਿਪਾਰਟਮੈਂਟ ਨੂੰ ਲੇਡੀਜ਼ ਦੀ ਨੀਡ ਹੈ ਤੇ ਮੇਰਾ ਇਹੀ ਸੰਦੇਸ਼ ਹੈ ਕਿ ਲੜਕੀਆਂ ਨੂੰ ਵੀ ਵੱਧ ਤੋਂ ਵੱਧ ਪੜ੍ਹ ਕੇ ਪੁਲਿਸ ਡਿਪਾਰਟਮੈਂਟ ਨੂੰ ਜ਼ਰੂਰ ਜੁਆਇਨ ਕਰਨ ਜੇ ਲੇਡੀਜ਼ ਦੀ ਮਤਲਬ ਉਹ ਮਦਦ ਵੱਧ ਤੋਂ ਵੱਧ ਕਰ ਸਕਦੀਆਂ ਉਹ। थैंक यू। मेरा नाम मान कौर है। मैं बोलना चाहूँगी मेरी 105 साल की उम्र है मेरी। मैं दौड़दी हाँ 400 मीटर दौड़ तंदुरुस्त राज है। मैं चंगा हनी चंगा पहन गया चंगी दौड़ लानी है तो माड़ी चीज़ें नहीं सिखाते घर बना के चीज़ खाते। मार्च में महिला दिवस अजकल की औरतें इस घट ली सारा ने यही देश देना चाहती भी चंगा और चंगा पहन माड़िया चीज़ों से बस जो दिल करते अपनी मर्जी जान। ਮਹਿਲਾ ਦਿਵਸ ਦੇ ਸੰਬੰਧ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਪੀਡੀ ਆਰੀਆ ਮਹਿਲਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਮ ਟਿਮਾਟਨੀ ਆਲੂਵਾਲੀਆ ਜੀ। ਨਮਸਕਾਰ ਮੈਮ। ਨਮਸਕਾਰ ਮੈਮ 8 ਮਾਰਚ ਨੂੰ ਮਹਿਲਾ ਦਿਵਸ ਹੈ, ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਅੱਜ ਦਾ ਟਾਈਮ ਹੈ ਐਜੂਕੇਸ਼ਨ ਮੈਟਰ ਕਰਦੀ ਹੈ ਹਰੇਕ ਮਹਿਲਾ ਲਈ ਹਰੇਕ ਵਰਗ ਲਈ, ਹੈ ਨਾ? ਅਤੇ ਤੁਸੀਂ ਕਿੰਨਾ ਕੁ ਸਮਝਦੇ ਹੋ ਇਹਦੇ 'ਚ ਕਿ ਅੱਜ ਦੀ ਜਿਹੜੀ ਮਹਿਲਾ ਹੈ ਸ਼ਿਕਸ਼ਿਤ ਉਹਦੇ ਲਈ ਹੋਣਾ ਕਿੰਨਾ ਕੁ ਜ਼ਰੂਰੀ ਹੈ? ਦੇਖੋ ਮੈਡਮ, ਮਹਿਲਾ ਦੇ ਵਾਸਤੇ ਸ਼ਿਕਸ਼ਿਤ ਹੋਣਾ ਤਾਂ ਬਹੁਤ ਜ਼ਰੂਰੀ ਹੈ। ਅੱਜ ਦੇ ਜ਼ਮਾਨੇ 'ਚ ਹੀ ਨਹੀਂ, ਮੈਨੂੰ ਲੱਗਦਾ ਕਿ ਅੱਜ ਤੋਂ ਪਹਿਲਾਂ ਵੀ ਬਹੁਤ ਸਾਲ ਪਹਿਲਾਂ ਪੁਰਾਣੇ ਜ਼ਮਾਨੇ 'ਚ ਵੀ ਜਿਹੜੀਆਂ ਔਰਤਾਂ ਸੀ ਉਹ ਪੜ੍ਹਦੀਆਂ ਲਿਖਦੀਆਂ ਸੀ, ਪੜ੍ਹੀਆਂ ਲਿਖੀਆਂ ਔਰਤਾਂ ਹੁੰਦੀਆਂ ਸੀ। ਔਰ ਇੱਕ ਪੁਰਸ਼ ਜਦੋਂ ਪੜ੍ਹਦਾ, ਇੱਕ ਲੜਕੇ ਨੂੰ ਆਪਾਂ ਜਦੋਂ ਪੜ੍ਹਾਉਂਦੇ ਹਾਂ ਤਾਂ ਉਹ ਇੱਕ ਲੜਕਾ ਪੜ੍ਹਦਾ, ਲੇਕਿਨ ਜਦੋਂ ਆਪਾਂ ਇੱਕ ਲੜਕੀ ਨੂੰ ਪੜ੍ਹਾਉਂਦੇ ਹਾਂ ਤਾਂ ਇੱਕ ਪੂਰਾ ਪਰਿਵਾਰ ਪੜ੍ਹਦਾ ਜੀ। ਠੀਕ ਹੈ, ਤਾਂ ਮੈਂ ਇਹ ਕਹਾਂਗੀ ਕਿ ਜਿਹੜੀਆਂ ਲੇਡੀਜ਼ ਹੈ ਉਹਨਾਂ ਦੇ ਲਈ ਐਜੂਕੇਸ਼ਨ ਮਸਟ ਹੈ। ਕੁੜੀਆਂ ਨੂੰ ਆਪਣੀਆਂ ਨੂੰ ਪੜ੍ਹਾਓ ਤਾਂ ਕਿ ਉਹ ਅੱਗੇ ਜਾ ਕੇ ਸਮਾਜ ਦੇ ਵਿੱਚ ਤਰੱਕੀ ਕਰ ਸਕਣ, ਇੱਕ ਅੱਛੀ ਜੋ ਸੁਸਾਇਟੀ ਹੈ ਉਹ ਦੇ ਸਕਣ। ਮੈਮ ਕੀ ਸਮਝਦੇ ਹੋ ਕਿ ਮਹਿਲਾਵਾਂ ਦਾ ਜਿਹੜਾ ਸਤਰ ਹੈ ਐਜੂਕੇਸ਼ਨ ਲੈਵਲ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਹੈ? ਮੈਡਮ ਪੜ੍ਹ ਰਹੀਆਂ ਲੜਕੀਆਂ ਬਹੁਤ ਅੱਛੀਆਂ ਪੜ੍ਹ ਰਹੀਆਂ। ਈਵਨ ਮੇਰੇ ਕੋਲ ਲੜਕੀਆਂ ਆਉਂਦੀਆਂ ਹੈਗੀਆਂ ਅਤੇ ਉਹ ਡਾਕਟਰ ਇੰਜੀਨੀਅਰ। ਅਜੇ ਵਿੱਚ ਥੋੜ੍ਹੀ ਦੇਰ ਦੀ ਗੱਲ ਹੈ ਕਿ ਜਦੋਂ PCS ਦਾ ਰਿਜ਼ਲਟ ਆਇਆ ਤਾਂ ਮੇਰੇ ਆਪਣੇ ਸਕੂਲ ਦੀ ਲੜਕੀ ਹੈ ਉਹ PCS ਜੁਡੀਸ਼ਰੀ 'ਚ ਸਿਲੈਕਟ ਹੋਈ ਹੈ ਅਤੇ ਮੈਨੂੰ ਬਹੁਤ ਮਾਣ ਹੈ ਆਪਣੇ ਸਕੂਲ ਦੇ ਬੱਚਿਆਂ 'ਤੇ। ਈਵਨ ਹਰ ਲੜਕੀ 'ਤੇ ਮਾਣ ਹੈ। ਮੇਰੇ ਕੋਲ ਇਸ ਤਰ੍ਹਾਂ ਦੇ ਬੱਚੇ ਵੀ ਆਉਂਦੀਆਂ ਲੜਕੀਆਂ ਜਿਨ੍ਹਾਂ ਦੇ ਫਾਦਰ ਲੇਬਰਰਸ ਨੇ, ਉਹ ਪੜ੍ਹਾ ਰਹੇ ਨੇ ਆਪਣੀਆਂ ਬੱਚੀਆਂ ਨੂੰ ਔਰ ਬੜੀ ਉਹਨਾਂ ਨੂੰ ਉਤਸੁਕਤਾ ਹੁੰਦੀ ਹੈ ਕਿ ਸਾਡੇ ਜਿਹੜੇ ਬੱਚੇ ਹੈ ਪੜ੍ਹ ਲਿਖ ਕੇ ਕੁਛ ਬਣਨ। ਮੈਮ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੁਹਾਨੂੰ ਲਿਖਣ ਦਾ ਵੀ ਸ਼ੌਂਕ ਹੈ ਅਤੇ ਤੁਸੀਂ ਇਸ ਮਹਾਨ ਦਿਵਸ ਦੇ ਮੌਕੇ ਦੇ ਉੱਤੇ ਕੁਝ ਪੰਕਤੀਆਂ ਜਿਹੜੀ ਮਹਿਲਾਵਾਂ ਨੂੰ ਸਮਰਪਿਤ ਕੀਤੀਆਂ ਹੋਣ, ਲਿਖੀਆਂ ਹੋਣ, ਉਹ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋ। ਹਾਂ ਮੈਡਮ, ਲਿਖਦੀ ਤਾਂ ਰਹੀਦਾ, ਬਹੁਤ ਕੁਛ ਲਿਖਿਆ ਲੇਡੀਜ਼ 'ਤੇ, ਪਰ ਸਮੇਂ ਦੀ ਘਾਟ ਹੋਣ ਕਰਕੇ ਮੈਂ ਚੰਦ ਪੰਕਤੀਆਂ ਤੁਹਾਡੇ ਅੱਗੇ ਰੱਖਾਂਗੀ। ਤੋੜ ਕਰ ਜ਼ਮਾਨੇ ਕੀ ਜੰਜੀरें खुद की खोज में निकल, तोड़ कर ज़माने की जंजीरें खुद की खोज में निकल, आ बाहर अंधेरों से अपने वजूद की तलाश में निकल, आ बाहर अंधेरों से अपने वजूद की तलाश में निकल। किसी का खिलौना बनना तेरी तकदीर में लिखा नहीं, किसी का खिलौना बनना तेरी तकदीर में लिखा नहीं। उठ दिखा दे दुनिया को तू क्या कर सकती नहीं, उठ दिखा दे दुनिया को तू क्या कर सकती नहीं। ਅਤੇ ਮੈਮ ਅੰਤ ਵਿੱਚ ਚਾਹਾਂਗੀ ਕਿ ਤੁਸੀਂ ਇੱਕ ਸੰਦੇਸ਼ ਉਹਨਾਂ ਮਹਿਲਾਵਾਂ ਲਈ ਦਿਓ ਜਿਹੜੀਆਂ ਅੱਗੇ ਵੱਧ ਕੇ ਕੁਝ ਕਰਨ ਦਾ ਸੁਪਨਾ ਰੱਖਦੀਆਂ ਹੋਣ। ਹਾਂ ਮੈਡਮ, ਮੈਂ ਹਰ ਮਹਿਲਾ ਨੂੰ, ਹਰ ਲੜਕੀ ਨੂੰ ਇਹੀ ਸੰਦੇਸ਼ ਦਿਆਂਗੀ ਕਿ ਉਹ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਕਰੇ। ਠੀਕ ਹੈ, ਉਹਨੂੰ ਜੋ ਐਜੂਕੇਸ਼ਨ ਦਾ ਮੌਕਾ ਮਿਲ ਰਿਹਾ ਉਹ ਪੜ੍ਹੇ, ਆਪਣੀ ਅੱਛੀ ਸਿੱਖਿਆ ਲਵੇ। ਉਸ ਤੋਂ ਬਾਅਦ ਜਿਹੜੀ ਉਹਦੀ ਸਿੱਖਿਆ ਹੈਗੀ ਆ ਉਹ ਆਪਣੇ ਅੱਗੇ ਜਦੋਂ ਇੱਕ ਲੇਡੀ ਬਣਦੀ ਹੈ ਅਤੇ ਆਪਣੇ ਬੱਚਿਆਂ ਨੂੰ ਉਹ ਸਿੱਖਿਆ ਅੱਛੀ ਦਿੰਦੀ ਹੈ, ਅੱਛੀ ਸਿੱਖਿਆ ਦੇਗੀ ਤਾਂ ਉਹ ਬੱਚੇ ਵੀ ਅੱਗੇ ਇੱਕ ਅੱਛਾ ਜਿਹੜਾ ਹੈਗਾ ਇੱਕ ਮੋਰਲ ਐਜੂਕੇਸ਼ਨ ਦੇ ਉੱਤੇ ਚੱਲ ਕੇ ਇੱਕ ਅੱਛਾ ਜਿਹੜਾ ਸਮਾਜ ਹੈ ਉਹ ਸਥਾਪਿਤ ਕਰਨਗੇ। ਤਾਂ ਮੈਂ ਲੇਡੀਜ਼ ਨੂੰ ਇਹ ਕਹਾਂਗੀ ਕਿ ਉਹ ਆਪਣੇ ਪੈਰਾਂ 'ਤੇ ਜ਼ਰੂਰ ਖੜੀਆਂ ਹੋਣ, ਕਿਉਂਕਿ ਜਦੋਂ ਉਹ ਬਾਹਰ ਨਿਕਲਣਗੀਆਂ ਘਰਾਂ ਦੇ ਵਿੱਚੋਂ ਤਾਂ ਬਹੁਤ ਕੁਛ ਜਿਹੜਾ ਹੈਗਾ ਉਹਨਾਂ ਨੂੰ ਵੀ ਸਿੱਖਣ ਨੂੰ ਮਿਲੇਗਾ ਅਤੇ ਉਹਨਾਂ ਤੋਂ ਜਿਹੜੀ ਦੁਨੀਆ ਉਹਨਾਂ ਨੂੰ ਵੀ ਸਿੱਖਣ ਨੂੰ ਮਿਲੇਗਾ ਔਰ ਇੱਕ ਅੱਛਾ ਸਮਾਜ, ਇੱਕ ਅੱਛੀ ਸੁਸਾਇਟੀ ਜਿਹੜੀ ਹੈ ਉਹਦੀ ਕ੍ਰੀਏਸ਼ਨ ਹੋਏਗੀ। ਸੋ ਲੇਡੀਜ਼ ਲਈ ਇਹੀ ਮੈਂ ਵਿਸ਼ ਕਰਦੀ ਹਾਂ। ਮਹਿਲਾ ਦਿਵਸ ਦੇ ਉੱਤੇ ਇਹੀ ਇੱਕ ਸੰਦੇਸ਼ ਹੈ ਕਿ ਬਾਹਰ ਨਿਕਲੋ, ਕੁਛ ਕਰੋ, ਚਾਹੇ ਉਹ ਸੋਸ਼ਲ ਵਰਕ ਹੈ, ਚਾਹੇ ਤੁਹਾਡੀ ਐਜੂਕੇਸ਼ਨ ਹੈ ਜਾਂ ਤੁਹਾਡਾ ਕੋਈ ਵੀ ਬਿਜ਼ਨਸ ਹੈ, ਜੋਬ ਹੈ, ਕੁਛ ਵੀ ਹੈ, ਕੁਛ ਨਾ ਕੁਛ ਕਰਦੇ ਰਹੋ। ਗੋ ਹੈਂਡ, ਅੱਗੇ बढ़ना ਹੀ ਜ਼ਿੰਦਗੀ ਦਾ ਨਾਮ ਹੈ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਦੇ ਪ੍ਰਿੰਸੀਪਲ ਮੈਮ ਡਿੰਪੀ ਸ਼ਰਮਾ ਜੀ। ਇਹਨਾਂ ਦੇ ਨਾਲ ਗੱਲ ਕਰਾਂਗੇ। ਮੈਮ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ। ਥੈਂਕ ਯੂ ਸੋ ਮਚ। ਮੈਂ ਸਾਰਿਆਂ ਨਾਲੋਂ ਪਹਿਲੇ ਆਪਣੀ ਸਾਰੀ ਮਹਿਲਾ ਮਿੱਤਰ ਨੇ ਉਹਨਾਂ ਨੂੰ 8 ਤਰੀਕ ਨੂੰ ਆਉਣ ਵਾਲੇ
ਜਿਹੜਾ ਵੂਮਨ ਡੇ ਹੈ ਉਹਦੇ ਲਈ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ। ਸੋ ਥੈਂਕਸ। ਮੈਮ ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹੂੰਗੀ ਕਿ ਜਿੱਦਾਂ ਹਿੰਦੁਸਤਾਨ ਦੀ ਸੰਸਕ੍ਰਿਤੀ ਹੈ ਕਿ ਇਹਦੇ ਵਿੱਚ ਹਰੇਕ ਮਹਿਲਾ ਨੂੰ, ਹਰੇਕ ਵਰਗ ਦੀ ਮਹਿਲਾ ਨੂੰ ਸਨਮਾਨ ਦਿੱਤਾ ਜਾਂਦਾ ਹੈ। ਮਹਿਲਾਵਾਂ ਅੱਜ ਦੇ ਸਮੇਂ ਦੇ ਵਿੱਚ ਪੜ੍ਹ ਲਿਖ ਵੀ ਗਈਆਂ ਨੇ, ਪਰ ਕੁਝ ਅਦਾਰੇ ਇੱਦਾਂ ਦੇ ਨੇ ਜੋ ਮਹਿਲਾਵਾਂ ਦਾ ਰੁਤਬਾ ਹੈ ਉਹਨਾਂ ਨੂੰ ਉਸ ਅਕੋਰਡਿੰਗ ਸਨਮਾਨ ਨਹੀਂ ਮਿਲ ਪਾਉਂਦਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕੀ ਸਥਿਤੀ ਹੈ ਮਹਿਲਾਵਾਂ ਦੀ ਅੱਜ ਦੇ ਸਮੇਂ ਦੇ ਵਿੱਚ? ਅੱਜ ਕੱਲ੍ਹ ਜਿਵੇਂ ਆਪਾਂ ਵੂਮਨ ਐਮਪਾਵਰਮੈਂਟ 'ਤੇ ਗੱਲ ਕਰਦੇ ਨੇ, ਹਰ ਪਾਸੇ ਗੱਲ ਹੁੰਦੀ ਹੈ, ਬਹੁਤ ਟੌਪਿਕਸ ਇਹਦੇ 'ਤੇ ਚੱਲਦੇ ਨੇ। ਔਰ ਮੇਰੇ ਅਕੋਰਡਿੰਗ ਜਿਵੇਂ ਵੂਮਨ ਐਮਪਾਵਰਮੈਂਟ ਦਾ ਮਤਲਬ ਹੈ, ਐਮਪਾਵਰਮੈਂਟ ਮਤਲਬ ਕਿ ਇੱਕ ਲੇਡੀ ਦੇ ਅੰਦਰ ਜਿਹੜੀਆਂ ਉਹਦੀਆਂ ਤੁਸੀਂ ਕਹਿ ਸਕਦੇ ਆ ਉਹਦੀਆਂ ਖੂਬੀਆਂ ਨੇ, ਉਹਨਾਂ ਨੂੰ ਆਪਾਂ ਵਿਕਸਿਤ ਕਰਨ 'ਚ ਉਹਨਾਂ ਨੂੰ ਇੱਕ ਅਪੋਰਚੁਨਿਟੀਜ਼ ਦੇਣੀਆਂ ਨੇ, ਵੀ ਉਹਨਾਂ ਨੂੰ ਇਹੋ ਜਿਹੇ ਮੌਕੇ ਮਿਲਣ ਜਿਹੜੇ ਉਹਨਾਂ ਦੇ ਅੰਦਰ ਹੈਗੇ ਆ, ਜਿਵੇਂ ਡਿਸੀਜ਼ਨ ਮੇਕਿੰਗ ਹੈ, ਉਹਨਾਂ ਨੂੰ ਉਹ ਅੱਗੇ ਕਰ ਸਕਣ। ਬਟ ਠੀਕ ਹੈ, ਅਸੀਂ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਪੜ੍ਹਾ ਵੀ ਦਿੱਤਾ ਆ, ਬਟ ਕਈ ਜਗ੍ਹਾ ਇਹੋ ਜਿਹੀ ਜਿਵੇਂ ਤੁਸੀਂ ਕਿਹਾ ਕਈ ਅਦਾਰੇ ਇਹੋ ਜਿਹੇ ਨੇ ਜਾਂ ਕਈ ਸੁਸਾਇਟੀ ਸਾਡੇ ਮਾਈਂਡਸੈਟ ਇਹੋ ਜਿਹਾ ਆ ਵੀ ਅਸੀਂ ਹਾਲੇ ਵੀ ਆਪਣੇ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਅਸੀਂ ਉਨੀ ਇੰਪੋਰਟੈਂਸ, ਉਨੀ ਫਰੀਡਮ ਨਹੀਂ ਦੇ ਪਾ ਰਹੇ ਜਿੰਨੀ ਦੇਣੀ ਉਹ ਬਣਦੀ ਆ। ਅਸੀਂ ਉਹਨਾਂ ਨੂੰ ਪੜ੍ਹਾ ਦਿੱਤਾ, ਬਟ ਉਹ ਕਈ ਵਾਰੀ ਹੁੰਦਾ ਉਹਨਾਂ ਨੂੰ ਡਿਸੀਜ਼ਨ ਲੈਣ ਲੱਗੇ ਆਪਾਂ ਆਮ ਦੇਖਦੇ ਹਾਂ ਵੀ ਸਾਨੂੰ ਸੋਚਣਾ ਪੈਂਦਾ ਇੱਕ ਲੇਡੀ ਨੂੰ ਵੀ ਅਸੀਂ ਆਪਣੇ ਘਰ ਦੇ ਆਦਮੀ ਨੂੰ ਪੁੱਛ ਲਈਏ, ਚਾਹੇ ਉਹ ਫਾਦਰ ਹੈ, ਬ੍ਰਦਰ ਹੈ, ਪਤੀ ਹੈ, ਵਾਟਐਵਰ, ਅਤੇ ਉਹਨਾਂ ਨੂੰ ਪੁੱਛ ਲਈਏ, ਉਹਨਾਂ ਤੋਂ ਪੁੱਛੇ ਬਿਨਾਂ ਅਸੀਂ ਅੱਗੇ ਨਹੀਂ ਚੱਲ ਸਕਦੇ। ਸੋ ਉਹ ਹਾਲੇ ਵੀ ਸਾਡੇ ਸਮਾਜ ਦੇ ਵਿੱਚ ਉਨੀ ਤਰ੍ਹਾਂ ਲੇਡੀ ਨੂੰ ਇੱਕ ਫਾਈਨੈਂਸ਼ੀਅਲੀ, ਇਮੋਸ਼ਨਲੀ ਔਰ ਫਿਜ਼ੀਕਲੀ ਔਰ ਸਾਈਕੋਲੋਜੀਕਲੀ ਉਨੀ ਫਰੀਡਮ ਨਹੀਂ ਮਿਲੀ ਜਿੰਨੀ ਮਿਲਣੀ ਆ। ਇਹਦੇ ਲਈ ਸਾਨੂੰ ਹਾਲੇ ਵੀ ਬਹੁਤ ਕੰਮ ਕਰਨ ਦੀ ਲੋੜ ਹੈ, ਇਸ ਪਾਸੇ ਸਾਨੂੰ ਹਾਲੇ ਵੀ ਧਿਆਨ ਦੇਣ ਦੀ ਲੋੜ ਹੈ। ਮੈਨੂੰ 26-27 ਸਾਲ ਹੋ ਗਏ ਇਸ ਜੌਬ ਦੇ ਵਿੱਚ ਆਉਂਦੇ, ਔਰ ਇੱਕ ਸਿੰਗਲ ਲੇਡੀ ਮੈਂ ਇਹ ਚੀਜ਼ ਮਹਿਸੂਸ ਕੀਤੀ ਹੈ ਵੀ ਕਈ ਜਗ੍ਹਾ 'ਤੇ ਐਜ਼ ਏ ਲੇਡੀ ਸਾਨੂੰ ਕਦਮ ਪਿੱਛੇ ਕਰਨੇ ਪੈਂਦੇ ਨੇ। ਕਈ ਜਗ੍ਹਾ 'ਤੇ ਡਿਸੀਜ਼ਨ ਲੈਣ ਲੱਗੇ ਸੋਚਣਾ ਪੈਂਦਾ ਵੀ ਇਹਦੇ ਨਾਲ ਕੋਈ ਸਾਡੇ ਹੋਣਾ ਚਾਹੀਦਾ ਸਾਡੇ ਇਸ ਡਿਸੀਜ਼ਨ ਨੂੰ ਬੈਕਅਪ ਕਰਨ ਦੇ ਲਈ। ਇਹ ਜਿਹੜੀ ਚੀਜ਼ ਹੈ ਨਾ, ਇਹ ਸਾਡੇ ਮਾਈਂਡ ਸੈਟ ਜਿਹੜਾ ਸਮਾਜ ਦਾ ਬਣਿਆ ਹੋਇਆ ਔਰ ਈਵਨ ਲੇਡੀਜ਼ ਦਾ ਬਣਿਆ ਹੋਇਆ, ਬਚਪਨ ਤੋਂ ਸਾਨੂੰ ਪਾਲਿਆ ਜਾਂਦਾ ਵੀ ਤੁਸੀਂ ਕਿਤੇ ਬਾਹਰ ਜਾਣਾ ਬ੍ਰਦਰ ਨੂੰ ਲੈ ਕੇ ਜਾ, ਜਾਂ ਜੇ ਕੁਛ ਤੁਸੀਂ ਕਰਨਾ ਚਾਹੁੰਦੇ ਹੋ ਪਹਿਲੇ ਆਪਣੇ ਫਾਦਰ ਨੂੰ ਪੁੱਛ ਲਓ। ਇਹ ਮਾਈਂਡ ਸੈਟ ਦੀ ਵਜ੍ਹਾ ਨਾਲ ਅਸੀਂ ਖੁਦ ਹੀ ਆਪਣੇ ਆਪ ਨੂੰ ਸੈਕੰਡਰੀ ਸਿਟੀਜ਼ਨ ਮੰਨਦੇ ਹਾਂ ਆਪਣੇ ਇਸ ਸਮਾਜ ਦਾ, ਆਪਣਾ ਫਸਟ ਨਹੀਂ ਮੰਨਦੇ। ਔਰ ਵੂਮਨ ਇੰਪਾਵਰਮੈਂਟ 'ਤੇ ਸਾਨੂੰ ਚਾਹੀਦਾ ਵੀ ਅਸੀਂ ਜੇ ਵੂਮਨ ਨੂੰ ਇੰਪਾਵਰਡ ਕਰਨਾ ਹੈ ਤਾਂ ਉਹਨੂੰ ਇੱਕ ਇਹੋ ਜਿਹਾ ਮਾਹੌਲ ਦਿੱਤਾ ਜਾਵੇ ਜਿਹਦੇ 'ਚ ਪ੍ਰੋਪਰ ਪੂਰੀ ਤਰ੍ਹਾਂ ਫਰੀਡਮਲੀ ਆਪਣਾ ਡਿਸੀਜ਼ਨ ਲੈ ਸਕਣ, ਕੋਈ ਵੀ ਆਪਣਾ ਕੰਮ ਸਿੱਖ ਸਕਣ ਅਤੇ ਆਪਣੀ ਐਜੂਕੇਸ਼ਨ ਨੂੰ ਜਿਹੜੀ ਹੈਗੀ ਉਹਨੂੰ ਅੱਗੇ ਵਧਾ ਸਕਣ, ਜਾਂ ਆਪਣੇ ਜਿਹੜੇ ਉਹਦੇ ਆਈਡੀਆ ਨੇ ਉਹਨੂੰ ਇੱਕ ਠੋਸ ਰੂਪ ਦੇ ਕੇ ਆਪਣੇ ਘਰ ਨੂੰ, ਆਪਣੇ ਸਮਾਜ ਨੂੰ ਇੱਕ ਵਧੀਆ ਤਰੀਕੇ ਪਾਸੇ ਚਲਾ ਸਕੇ। ਜਿਵੇਂ ਕਿਹਾ ਜਾਂਦਾ ਵੀ ਜੇ ਇੱਕ ਆਦਮੀ ਪੜ੍ਹਦਾ ਤਾਂ ਉਹ ਇਕੱਲਾ ਪੜ੍ਹਦਾ, ਬਟ ਜੇਕਰ ਲੇਡੀ ਪੜ੍ਹਦੀ ਹੈ ਤਾਂ ਪੂਰੇ ਪਰਿਵਾਰ ਨੂੰ ਪੜ੍ਹਾਉਂਦੀ ਹੈ। ਇੱਕ ਜੇ ਲੇਡੀ ਨੂੰ ਆਪਣੇ ਆਪ 'ਤੇ ਭਰੋਸਾ ਹੋਊਗਾ, ਆਪਣੀ ਐਜੂਕੇਸ਼ਨ ਦਾ ਉਹਨੂੰ ਮਹੱਤਵ ਪਤਾ ਹੋਊਗਾ, ਤਾਂ ਆਪਣੇ ਬੱਚਿਆਂ ਨੂੰ, ਖਾਸ ਕਰਕੇ ਕੁੜੀਆਂ ਨੂੰ ਵੀ ਪੂਰਾ ਕੋਸ਼ਿਸ਼ ਕਰੂਗੀ, ਐਨਸ਼ੋਰ ਕਰੂਗੀ ਵੀ ਉਹਨਾਂ ਨੂੰ ਵੀ ਉਹ ਬੱਚੇ ਉਹ ਜਿਹੜਾ ਹੈਗਾ ਮਾਹੌਲ ਮਿਲੇ ਤਾਂ ਕਿ ਉਹ ਅੱਗੇ ਵਿਕਸਿਤ ਹੋ ਸਕਣ, ਅੱਗੇ ਵਿਕਾਸ ਕਰ ਸਕਣ। ਸੋ ਆਪਣੇ ਹਾਲੇ ਸਮਾਜ ਦੇ ਵਿੱਚ ਇਹ ਚੀਜ਼ਾਂ ਦੀ ਹੈਗੀ ਆ, ਉਹਦੇ ਲਈ ਲੇਡੀ ਨੂੰ ਇੱਕ ਫੁੱਲੀ ਕੌਨਫੀਡੈਂਟ ਕਰਨ ਲਈ, ਇੰਡੀਪੈਂਡੈਂਟ ਕਰਨ ਲਈ ਸਾਰੇ ਸਮਾਜ ਦੇ ਸਾਰੇ ਪੱਖ ਦੇ ਵਿੱਚ ਤੁਸੀਂ ਕਹਿ ਸਕਦੇ ਆ ਵੀ ਸਾਨੂੰ ਇਹ ਚੀਜ਼ ਫਰੀਡਮ ਪੂਰੀ ਤਰ੍ਹਾਂ ਦੇਣੀ ਚਾਹੀਦੀ। ਹਰ ਇਨਸਾਨ, ਚਾਹੇ ਉਹ ਫਾਦਰ ਹੈ, ਚਾਹੇ ਉਹ ਬ੍ਰਦਰ ਹੈ, ਚਾਹੇ ਉਹ ਪਤੀ ਹੈ, ਹਰੇਕ ਦੇ ਦਿਮਾਗ 'ਚ ਇਹ ਚੀਜ਼ ਹੋਣੀ ਚਾਹੀਦੀ ਹੈ ਵੀ ਜਿਹੜੀ ਇੱਕ ਲੇਡੀ ਹੈ ਉਹ ਇਕੱਲਾ ਘਰ ਦੇ ਕੰਮ ਕਰਨ ਦੇ ਲਈ ਨਹੀਂ ਜਾਂ ਜੌਬ ਕਰਨ ਦੇ ਲਈ ਨਹੀਂ, ਉਹਦੇ ਨਾਲ ਤੁਹਾਨੂੰ ਬਰਾਬਰ ਕੰਧੇ ਦਾ ਕੰਧਾ ਜੋੜ ਕੇ ਲੈਣਾ ਚਾਹੀਦਾ। ਚਾਹੇ ਅਸੀਂ ਪੜ੍ਹਾ ਦਿੱਤੇ ਆ, ਅਸੀਂ ਨੌਕਰੀਆਂ ਕਰ ਲਿੱਤੀਆਂ, ਈਵਨ ਦੈਨ ਮੇਰਾ ਐਕਸਪੀਰੀਅੰਸ ਇਹ ਕਹਿੰਦਾ ਵੀ ਹਾਲੇ ਵੀ ਸਾਡੇ ਸਮਾਜ 'ਚ ਇਹ ਚੀਜ਼ ਦੀ ਕਮੀ ਆ ਵੀ ਇੱਕ ਲੇਡੀ ਆਪਣੇ ਬਲਬੂਤੇ ਦੇ ਉੱਤੇ ਕੋਈ ਵੱਡਾ ਡਿਸੀਜ਼ਨ ਨਹੀਂ ਲੈ ਸਕਦੀ। ਉਹਨੂੰ ਲੈਣ ਤੋਂ ਪਹਿਲੇ ਸੋਚਣਾ ਪੈਂਦਾ ਆ ਵੀ ਇਜ਼ ਇਟ ਓਕੇ ਔਰ ਨਾਟ, ਅਤੇ ਲੈਣ ਲਈ ਸਾਨੂੰ ਮੈਨੂੰ ਕਈ ਵਾਰੀ ਕਹਿਣਾ ਵੀ ਪੈਂਦਾ ਵੀ ਬੈਕ ਹੈ ਨਹੀਂ ਗੀ, ਹੈ ਨਾ। ਸੋ ਉਹ ਬੈਕ ਜਦੋਂ ਸਾਡੇ ਦਿਮਾਗ 'ਚੋਂ ਚੀਜ਼ ਨਿਕਲ ਜਾਊ, ਔਰ ਲੇਡੀ ਨੂੰ ਖੁਦ ਵੀ ਕੱਢਣੀ ਪੈਣੀ ਹੈ ਆਪਣੇ ਦਿਮਾਗ 'ਚੋਂ ਵੀ ਮੈਨੂੰ ਲੋੜ ਨਹੀਂ ਹੈਗੀ। ਜੇ ਮੈਨੂੰ ਲੱਗਦਾ ਕਿ ਮੈਂ ਜੋ ਕਰ ਰਹੀ ਹਾਂ, ਜੋ ਸੋਚ ਰਹੀ ਹਾਂ, ਉਹਦੇ ਨਾਲ ਮੇਰੇ ਪੋਜ਼ੀਟਿਵ ਸੋਚ ਰਹੀ ਹਾਂ, ਮੇਰੇ ਪਰਿਵਾਰ ਦਾ ਜਾਂ ਮੇਰੇ ਸਮਾਜ ਦੀ ਉਹ 'ਚ ਭਲਾਈ ਹੋ ਰਹੀ ਹੈ, ਅਤੇ ਸਾਨੂੰ ਬੇਤੜਕੇ ਉਹ 'ਚ ਅੱਗੇ ਹੋਣਾ ਚਾਹੀਦਾ। ਬਟ ਮਾਈਂਡ ਸੈਟ ਦੇ ਕਾਰਨ ਉਹ ਥੋੜ੍ਹਾ ਜਿਹਾ ਝਿਜਕ ਜਾਂਦੇ ਆ। ਸੋ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਸ਼ਾਇਦ ਇਹ ਚੀਜ਼ ਅੱਗੇ ਵੱਧ ਜਾਏ, ਓਪਰਚੁਨਿਟੀਜ਼ ਹੋਰ ਮਿਲਣ। ਅਤੇ ਇੱਕ ਚੀਜ਼ ਮੈਂ ਹੋਰ ਕਹੂੰਗੀ ਵੀ ਅਸੀਂ ਲੜਕੀਆਂ ਨੂੰ ਪੜ੍ਹਾਈ ਦੇ ਰਹੇ ਹਾਂ, ਬਟ ਜਿੱਦਾਂ ਮੈਂ ਪਿੰਡਾਂ 'ਚ ਜਾਂਦੀ ਹਾਂ ਅਸੀਂ ਦੇਖਦੇ ਵੀ ਉਹਨਾਂ ਕੋਲ ਓਪਰਚੁਨਿਟੀਜ਼ ਇੰਨੀਆਂ ਨਹੀਂ ਹੁੰਦੀਆਂ ਕਿ ਬੱਚੇ ਪੜ੍ਹ ਸਕਣ। ਅਤੇ ਮੇਰੇ ਅਕੋਰਡਿੰਗ ਜੇ ਆਪਾਂ ਲੇਡੀਜ਼ ਨੂੰ, ਆਪਣੇ ਸਮਾਜ ਦੀਆਂ ਸਾਰੀਆਂ ਲੇਡੀਜ਼ ਨੂੰ ਐਮਪਾਵਰਡ ਕਰਨਾ ਚਾਹੁੰਦੇ ਹਾਂ, ਅਤੇ ਸਾਨੂੰ ਉਹਨਾਂ ਦੇ ਵਿੱਚ ਇੱਕ ਸਕਿੱਲ ਡਿਵੈਲਪ ਵੀ ਕਰਨੀ ਚਾਹੀਦੀ ਹੈ।
ਤਾਂ ਕਿ ਉਹ ਬੱਚਾ ਜੇ ਪੜ੍ਹ ਨਹੀਂ ਸਕਦਾ ਘੱਟੋ ਘੱਟ ਆਪਣੇ ਪੈਰਾਂ ਤੇ ਖੜਾ ਹੋ ਸਕੇ ਜਾਂ ਆਪਣੇ ਕਮਾਈ ਕਰ ਸਕੇ, ਆਪਣੇ ਹਸਬੈਂਡ ਨਾਲ ਆਪਣੀ ਫੈਮਿਲੀ ਦਾ ਪੂਰਾ ਸਾਥ ਦੇ ਸਕੇ। ਸੋ ਹਾਲੇ ਕੁਝ ਚੀਜ਼ਾਂ ਦੀ ਕੁਝ ਹੈਗੀ ਹੈ ਜ਼ਰੂਰਤ ਵੀ ਇਹਨਾਂ, ਤਾਂ ਕਿ ਅਸੀਂ ਆਪਣੀ ਲੇਡੀਜ਼ ਨੂੰ, ਆਪਣੇ ਸਮਾਜ ਦੀ ਲੇਡੀਜ਼ ਨੂੰ ਪੂਰੀ ਤਰ੍ਹਾਂ ਐਮਪਾਵਰਡ ਕਰ ਸਕੀਏ। ਸੋ ਆਈ ਥਿੰਕ ਵੀ ਜ਼ਰੂਰਤ ਹੈ। ਉਹਨਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੋਗੇ ਜਿਨ੍ਹਾਂ ਦੀ ਮੈਂਟੈਲਿਟੀ ਅੱਜ ਦੇ ਸਮੇਂ ਦੇ ਵਿੱਚ ਵੀ ਕਿ ਇੰਨਾ ਸਭ ਕੁਝ ਐਡਵਾਂਸ ਹੋ ਗਿਆ ਹੈ, ਮਹਿਲਾਵਾਂ ਹਰ ਕਦਮ ਦੇ ਉੱਤੇ ਪੁਰਸ਼ਾਂ ਦੀ ਬਰਾਬਰੀ ਕਰ ਰਹੀਆਂ ਨੇ, ਤੇ ਇਸ ਦੌਰਾਨ ਵੀ ਜਿਹੜੇ ਕੁਝ ਇੱਦਾਂ ਦੀ ਮੈਂਟੈਲਿਟੀ ਦੇ ਲੋਕ ਨੇ ਜਿਹੜੇ ਮਹਿਲਾਵਾਂ ਨੂੰ ਅੱਗੇ ਵੱਧਦਾ ਨਹੀਂ ਦੇਖਣਾ ਚਾਹੁੰਦੇ, ਉਹਨਾਂ ਲਈ ਕੀ ਮੈਸੇਜ ਦੇਣਾ ਚਾਹੋਗੇ ਤੇ ਉਹਨਾਂ ਮਹਿਲਾਵਾਂ ਵਾਸਤੇ ਕੀ ਮੈਸੇਜ ਦੇਣਾ ਚਾਹੋਗੇ ਜਿਹੜੀਆਂ ਅੱਗੇ ਵੱਧ ਕੇ ਕੁਝ ਕਰਨਾ ਚਾਹੁੰਦੀਆਂ ਨੇ? ਸਾਰਿਆਂ ਨਾਲੋਂ ਪਹਿਲੇ ਤਾਂ ਮੈਂ ਉਹਨਾਂ ਲੇਡੀਜ਼ ਨੂੰ, ਉਹਨਾਂ ਮਹਿਲਾਵਾਂ ਨੂੰ ਇਹ ਦੇਣਾ ਕਹੂੰਗੀ ਵੀ ਮੇਰੀ ਸੁਜੈਸ਼ਨ ਇਹ ਹੈ ਵੀ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਜੋ ਕਰ ਰਹੇ ਹੋ ਉਹ ਸਹੀ ਹੈ ਔਰ ਪੋਜ਼ਿਟਿਵ ਹੈ ਤੁਹਾਡੀ ਫੈਮਿਲੀ ਲਈ, ਤੁਹਾਡੇ ਪਰਿਵਾਰ ਲਈ, ਤੇ ਤੁਹਾਨੂੰ ਰੁਕਣਾ ਨਹੀਂ ਚਾਹੀਦਾ। ਤੁਹਾਨੂੰ ਆਪਣੇ ਉਸ ਜਿਹੜੇ ਵਿਊਜ਼ ਨੇ ਜਾਂ ਜੋ ਆਈਡੀਆ ਨੇ ਜਿਹੜੇ ਤੁਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਆ, ਉਹਦੇ 'ਤੇ ਦ੍ਰਿੜ ਸੰਕਲਪ ਨਾਲ ਖੜਨਾ ਚਾਹੀਦਾ ਤਾਂ ਕਿ ਅਸੀਂ ਆਪਣੇ ਆਪ ਨੂੰ ਅੱਗੇ ਕਰ ਸਕੀਏ। ਬਾਕੀ ਮੈਸੇਜ ਇਹ ਹੈ ਵੀ ਟਾਈਮ ਦੇ ਨਾਲ ਨਾਲ ਜਾਂ ਆਪਾਂ ਜਦੋਂ ਪੜ੍ਹਾਈ ਬੱਚਿਆਂ ਨੂੰ ਦਿੰਦੇ ਹਾਂ, ਖਾਸ ਕਰਕੇ ਮੇਲ ਪਰਸਨ ਨੂੰ ਆਪਾਂ ਜਦੋਂ ਕੁਛ ਸਿੱਖਿਆ ਦਿੰਦੇ ਹਾਂ, ਪੜ੍ਹਾਈ ਦਿੰਦੇ ਹਾਂ, ਸਾਨੂੰ ਉਹਦੇ ਵਿੱਚ ਹੀ ਸਾਨੂੰ ਇਹ ਉਹਨਾਂ ਨੂੰ ਇਹ ਦੇਣੀ ਚਾਹੀਦੀ ਬਚਪਨ ਤੋਂ ਵੀ ਜੋ ਲੜਕੀ ਹੈ, ਤੁਹਾਡੀ ਭੈਣ ਹੈ, ਉਹ ਤੁਹਾਡੇ ਬਰਾਬਰ ਹੈ, ਉਹਨੂੰ ਵੀ ਉਨੀ ਹੀ ਓਪਰਚੁਨਿਟੀਜ਼, ਉਨੀ ਹੀ ਫਰੀਡਮ ਮਿਲਣੀ ਚਾਹੀਦੀ ਹੈ ਜਿੰਨੀ ਮਿਲਣੀ ਚਾਹੀਦੀ ਹੈ। ਸੋ ਇਹ ਹੌਲੀ ਹੌਲੀ ਜਿਹੜਾ ਮਾਈਂਡਸੈਟ ਅੱਗੇ ਨਾਲੋਂ ਬਹੁਤ ਚੇਂਜ ਵੀ ਹੋ ਗਿਆ ਆ, ਬਟ ਹਾਲੇ ਵੀ ਮੈਨੂੰ ਲੱਗਦਾ ਵੀ ਕਿਤੇ ਚੇਂਜ ਹੋਣਾ ਚਾਹੀਦਾ, ਤੇ ਉਹਦੇ ਕਰਕੇ ਸਾਨੂੰ ਪੜ੍ਹਾਈ ਦੇ ਨਾਲ ਨਾਲ ਇਹ ਚੀਜ਼ਾਂ ਦੀ ਸਕੂਲ ਲੈਵਲ ਤੋਂ ਹੀ, ਛੋਟੇ ਹੁੰਦੇ ਤੋਂ, ਔਰ ਘਰ ਦੇ ਲੈਵਲ ਤੋਂ ਵੀ ਇਹ ਚੀਜ਼ ਦੱਸਣੀ ਚਾਹੀਦੀ ਆ ਜੈਂਟਸ ਨੂੰ ਵੀ, ਲੜਕਿਆਂ ਨੂੰ ਵੀ, ਕਿ ਜਿਹੜੀਆਂ ਲੇਡੀਜ਼ ਨੇ ਉਹ ਸਾਡੇ ਲਈ ਬਰਾਬਰ ਨਹੀਂ ਆ। ਜਿਵੇਂ ਕੋਈ ਲੇਡੀ ਜੌਬ ਕਰਦੀ, ਵਰਕਿੰਗ ਲੇਡੀ ਆ, ਸਾਡੇ ਕੀ ਮਾਈਂਡ ਸੈਟ ਹੈ ਵੀ ਦੋਨੋਂ ਹਸਬੈਂਡ ਵਾਈਫ ਕੰਮ ਕਰ ਰਹੇ ਆ, ਬਟ ਘਰ ਆ ਕੇ ਜੈਂਟਸ ਜਿਹੜੇ ਆ ਉਹ ਆਰਾਮ ਨਾਲ ਰੈਸਟ ਕਰਨਗੇ, ਬੈਠਣਗੇ, ਕਿਉਂਕਿ ਮੈਂਟੈਲਿਟੀ ਆ, ਔਰ ਲੇਡੀ ਸਿੱਧੀ ਕਿਚਨ 'ਚ ਜਾਂਦੀ ਹੈ ਨਾ। ਇਹ ਸੋਚ ਆਦਮੀ ਨੂੰ ਚੇਂਜ ਕਰਨੀ ਪਊਗੀ ਔਰ ਲੇਡੀ ਨੂੰ ਵੀ ਸੋਚ ਕਰਨੀ, ਉਹਨੂੰ ਆਪਣੇ ਨਾਲ ਇਨਵੋਲਵ ਕਰਨਾ ਪਊਗਾ ਘਰ ਦੇ ਕੰਮਾਂ ਲਈ, ਉਹਨਾਂ ਨੂੰ ਵੀ ਰਿਸਪੌਂਸਿਬਿਲਿਟੀਜ਼ ਦੇਣੀਆਂ ਪੈਣਗੀਆਂ। ਜਦੋਂ ਲੇਡੀ ਖੁਦ ਇਹ ਸੋਚਣਾ ਬੰਦ ਕਰ ਦਊਗੀ ਵੀ ਇਸ ਕੰਮ ਮੇਰਾ ਹੀ ਇਕੱਲਾ ਕੰਮ ਹੈ, ਮੈਂ ਹੀ ਕਰਨਾ, ਉਹ ਤੋਂ ਬਾਅਦ ਇਹ ਚੀਜ਼ 'ਚ ਚੇਂਜ ਆ ਸਕਦੀ ਹੈ ਵੀ ਤੁਹਾਡੇ ਨਾਲ ਤੁਹਾਡਾ ਜਿਹੜਾ ਪਾਰਟਨਰ ਹੈ ਉਹ ਤੁਹਾਡੇ ਨਾਲ ਹੈਲਪ ਕਰ ਸਕਦਾ ਹੈ। ਸੋ ਆਈ ਥਿੰਕ ਵੀ ਇਹ ਦੋਨਾਂ ਨੂੰ ਇਕੱਠੇ ਮਿਲ ਕੇ ਚੇਂਜ ਕਰਨੀ ਪਊਗੀ ਆਪਣੀ ਮਾਈਂਡਸੈਟ, ਤਾਂ ਕਿ ਅਸੀਂ ਆਪਣੀ ਸੋਸਾਇਟੀ ਦੀ ਜਿਹੜੀ ਲੇਡੀ ਹੈ ਉਹਨਾਂ ਨੂੰ ਪੂਰਾ ਇੰਪਾਵਰ ਕਰ ਸਕੀਏ। ਸੋ ਆਈ ਥਿੰਕ ਸੋ। ਥੈਂਕ ਯੂ। ਦਰਸ਼ਕੋ, ਹੁਣ ਸਾਡੇ ਨਾਲ ਰੇਲਵੇ ਮੰਡੀ ਸਕੂਲ ਦੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਮੌਜੂਦ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਮੈਮ, ਜੇਕਰ ਮਹਿਲਾਵਾਂ ਸ਼ਿਕਸ਼ਿਤ ਨਹੀਂ ਹੋਣਗੀਆਂ ਤਾਂ ਉਹ ਸਸ਼ਕਤ ਨਹੀਂ ਹੋਣਗੀਆਂ, ਇਸ ਕਥਨ ਨੂੰ ਕਿੰਨਾ ਕੁ ਸੱਚ ਮੰਨਦੇ ਹੋ ਤੁਸੀਂ? ਨਮਸਕਾਰ ਜੀ। 8 ਮਾਰਚ ਇੰਟਰਨੈਸ਼ਨਲ ਵੀਮਨ ਡੇ 'ਤੇ ਸਾਰੀਆਂ ਮਹਿਲਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ, ਵਧਾਈ ਦਿੰਦੀ ਹਾਂ, ਹਾਰਦਿਕ ਅਭਿਨੰਦਨ ਕਰਦੀ ਹਾਂ, ਅਤੇ ਉਸ ਪਰਮ ਪਿਤਾ ਪਰਮਾਤਮਾ ਅੱਗੇ, ਉਸ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਸਾਰੀਆਂ ਹੀ ਮੇਰੀਆਂ ਭੈਣਾਂ, ਸਾਰੀਆਂ ਹੀ ਮੇਰੀਆਂ ਬੇਟੀਆਂ ਸਦਾ ਤੰਦਰੁਸਤ ਰਹਿਣ, ਜਵਾਨੀਆਂ ਮਾਣਨ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਲੱਗੀਆਂ ਰਹਿਣ। ਹਾਂ, ਜਿੱਦਾਂ ਕਿ ਤੁਸੀਂ ਮੈਨੂੰ ਸ਼ਵੇਤਾ ਜੀ ਪੁੱਛਿਆ ਹੈਗਾ ਕਿ ਜਿਹੜੀ ਵੀਮਨ ਦੀ ਐਜੂਕੇਸ਼ਨ ਹੈਗੀ ਹੈ ਉਹਦੇ ਇੰਪਾਵਰਮੈਂਟ ਵਿੱਚ ਕਿੰਨਾ ਕੁ ਰੋਲ ਅਦਾ ਕਰਦੀ ਹੈ। ਬਹੁਤ ਅੱਛਾ ਕੁਐਸਚਨ ਤੁਸੀਂ ਪੁੱਟ ਕੀਤਾ ਹੈਗਾ। ਬਿਲਕੁਲ ਜੀ, ਜਿਹੜੀ ਅਨਪੜ੍ਹਤਾ ਹੈਗੀ ਹੈ ਉਹ ਤਾਂ ਹਮੇਸ਼ਾ ਹੀ ਕਿਸੇ ਦੇ ਵੀ ਜਿਹੜੇ ਵਿਕਾਸ ਵਿੱਚ ਹਮੇਸ਼ਾ ਹੀ ਰੋੜਾ ਰਹੀ ਹੈ, ਖਾਸ ਕਰ ਔਰਤ ਦੇ। ਜਦੋਂ ਤੱਕ ਜਿਹੜੀ ਔਰਤ ਸੀਗੀ ਉਹ ਪੜ੍ਹੀ ਲਿਖੀ ਨਹੀਂ ਸੀਗੀ, ਅਨਪੜ੍ਹ ਸੀਗੀ, ਤਾਂ ਉਹ ਚਾਰ ਦੀਵਾਰੀ ਵਿੱਚ ਕੈਦ ਸੀਗੀ। ਉਸਨੂੰ ਆਪਣੇ ਭਲੇ ਬੁਰੇ ਦਾ ਨਹੀਂ ਪਤਾ ਸੀ, ਉਸਨੂੰ ਆਪਣੇ ਕਰਤੱਵਿਆਂ ਦਾ ਨਹੀਂ ਪਤਾ ਸੀ, ਉਹਨੂੰ ਆਪਣੇ ਹੱਕਾਂ ਦਾ ਨਹੀਂ ਪਤਾ ਸੀ। ਜਿਸ ਤਰ੍ਹਾਂ ਉਹਨੂੰ ਮਨੁੱਖ ਚਲਾਈ ਜਾ ਰਿਹਾ ਸੀ ਉਹ ਚੱਲੀ ਜਾ ਰਹੀ ਸੀ। ਉਹਦਾ ਭਰਾ ਕਹਿੰਦਾ ਸੀ ਘਰ ਤੋਂ ਨਹੀਂ ਬਾਹਰ ਜਾਣਾ, ਉਹ ਘਰ ਦੇ ਅੰਦਰ ਕੈਦ ਹੋ ਜਾਂਦੀ ਸੀ। ਬਾਪ ਕਹਿੰਦਾ ਸੀ ਅੱਗੇ ਨਹੀਂ ਪੜ੍ਹਨਾ, ਉਹ ਚੁੱਪ ਕਰਕੇ ਅੰਦਰ ਬੈਠ ਜਾਂਦੀ ਸੀ। ਚਾਹੇ ਉਹ ਪੜ੍ਹਨਾ ਚਾਹੁੰਦੀ ਸੀ, ਇੰਟੈਲੀਜੈਂਟ ਸੀ, ਸਭ ਕੁਝ ਕਰ ਸਕਦੀ ਸੀ, ਪਰ ਕਿਉਂ ਨਹੀਂ ਕਰ ਸਕਦੀ ਸੀ? ਕਿਉਂਕਿ ਉਹ ਪੜ੍ਹੀ ਲਿਖੀ ਨਹੀਂ ਸੀਗੀ। ਪਰ ਟਾਈਮ ਚੇਂਜ ਹੋਇਆ, ਔਰਤ ਸ਼ਿਕਸ਼ਿਤ ਹੋਈ, ਉਹਨੂੰ ਆਪਣੇ ਹੱਕਾਂ ਦਾ ਪਤਾ ਲੱਗਿਆ, ਕਰਤੱਵਿਆਂ ਦਾ ਪਤਾ ਲੱਗਿਆ। ਉਹਦੇ ਨਾਲ ਨਾ ਕੇਵਲ ਘਰ ਨੂੰ ਫਾਇਦਾ ਹੋਇਆ, ਇੱਕ ਫੈਮਿਲੀ ਨੂੰ ਫਾਇਦਾ ਹੋਇਆ, ਸਮਾਜ ਨੂੰ ਵੀ ਉਹਦਾ ਬਹੁਤ ਫਾਇਦਾ ਹੋਇਆ। ਜੇ ਆਪਾਂ ਘਰ ਦੇ ਰੂਪ 'ਚ ਦੇਖੀਏ ਤਾਂ ਇੱਕ ਪੜ੍ਹੀ ਲਿਖੀ ਮਾਂ ਆਪਣੇ ਬੱਚੇ ਦਾ ਜਿਹੜਾ ਪਾਲਣ ਪੋਸ਼ਣ ਹੈ ਉਹ ਬਹੁਤ ਚੰਗੀ ਤਰ੍ਹਾਂ ਕਰ ਸਕਦੀ ਹੈਗੀ ਹੈ। ਕਹਿੰਦੇ ਹੈਗੇ ਕਿ ਜੇ ਇੱਕ ਪੁਰਖ ਪੜ੍ਹੇ ਤਾਂ ਸਿਰਫ ਇੱਕ ਆਦਮੀ ਹੀ ਪੜ੍ਹਦਾ ਹੈ, ਪਰ ਜੇਕਰ ਇੱਕ ਔਰਤ ਪੜ੍ਹੇ ਤਾਂ 3-3 ਕੁਲਾਂ ਨੂੰ ਤਾਰ ਦਿੰਦੀ ਹੈ। ਤਾਂ ਇੱਕ ਔਰਤ ਦੇ ਪੜ੍ਹਨ ਨਾਲ ਨਾ ਕੇਵਲ ਉਹਦਾ ਘਰ ਸਵਰਗ ਬਣਿਆ, ਬਲਕਿ ਸਮਾਜ ਵੀ ਸਵਰਗ ਬਣਿਆ। ਸਮਾਜ ਵਿੱਚ ਵੀ ਅੱਜ ਤੁਸੀਂ ਦੇਖੋ ਕਿ ਔਰਤ
ਹਰ ਇੱਕ ਖੇਤਰ ਤੁਸੀਂ ਚਾਹੇ ਆਪਣੇ ਸ਼ਹਿਰ 'ਚ ਵੀ ਦੇਖ ਲਵੋ ਕਿ ਇੱਕ ਆਟੋ ਰਿਕਸ਼ਾ ਵੀ ਇੱਕ ਔਰਤ ਚਲਾ ਰਹੀ ਹੈ, ਅਤੇ ਇੱਕ ਜੇਕਰ ਆਪਾਂ ਦੇਖੀਏ ਸਪੇਸ 'ਤੇ ਤਾਂ ਇੱਕ ਹਵਾਈ ਜਹਾਜ਼ ਵੀ ਔਰਤ ਚਲਾ ਰਹੀ ਹੈ, ਸਪੇਸ ਤੱਕ ਵੀ ਔਰਤ ਪਹੁੰਚੀ ਹੋਈ ਹੈ। ਸਾਡੇ ਡੀਸੀ ਮੈਡਮ ਵੀ ਇੱਕ ਔਰਤ ਨੇ, ਤੁਸੀਂ ਦੇਖੋ ਅਲੱਗ-ਅਲੱਗ ਸਕੂਲਾਂ ਦੇ ਪ੍ਰਿੰਸੀਪਲ ਬਹੁਤ ਸਾਰੀਆਂ ਲੇਡੀਜ਼ ਨੇ, ਸਾਡੇ ਡੀਐਸਪੀ ਮੈਡਮ ਵੀ ਸਾਡੇ ਇੱਕ ਔਰਤ ਨੇ। ਹਰ ਇੱਕ ਖੇਤਰ ਵਿੱਚ ਜੇਕਰ ਆਪਾਂ ਇੱਕ ਛੋਟੇ ਸ਼ਹਿਰ ਤੋਂ ਲੈ ਕੇ ਇੱਕ ਪੂਰੇ ਸਮਾਜ ਦੀ ਗੱਲ ਕਰੀਏ ਤਾਂ ਔਰਤ ਹਰ ਇੱਕ ਫੀਲਡ ਵਿੱਚ ਮੱਲਾ ਮਾਰ ਰਹੀ ਹੈ। ਇਹ ਸਭ ਇਸੇ ਕਰਕੇ ਹੀ ਹੋਇਆ ਕਿਉਂਕਿ ਔਰਤ ਜਿਹੜੀ ਹੈਗੀ ਅੱਜ ਪੜ੍ਹੀ ਲਿਖੀ ਹੈ, ਸ਼ਿਕਸ਼ਿਤ ਹੈ, ਉਹਨੂੰ ਆਪਣੇ ਹੱਕਾਂ ਬਾਰੇ ਪਤਾ ਲੱਗ ਚੁੱਕਿਆ ਹੈ। ਤੇ ਮੈਮ ਤੁਸੀਂ ਰੇਲਵੇ ਮੰਡੀ ਸਕੂਲ ਦੇ ਪ੍ਰਿੰਸੀਪਲ ਹੋ ਤੇ ਇਹ ਗਰਲਸ ਸਕੂਲ ਹੈ ਤੇ ਤੁਸੀਂ ਭਲੀ ਭਾਂਤੀ ਜਾਣਦੇ ਹੋ ਕੁੜੀਆਂ ਦੇ ਸੁੱਖ ਦੁੱਖ ਨੂੰ, ਤੇ ਉਹਨਾਂ ਪੇਰੈਂਟਸ ਨੂੰ ਤੁਸੀਂ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਜੋ ਹਜੇ ਵੀ ਡਰ ਮਹਿਸੂਸ ਕਰਦੇ ਨੇ ਕਿ ਉਹ ਆਪਣੀ ਬੇਟੀ ਨੂੰ ਘਰ ਤੋਂ ਬਾਹਰ ਨਹੀਂ ਭੇਜਦੇ, ਚਾਰ ਦੀਵਾਰੀ ਵਿੱਚ ਰੱਖਦੇ ਨੇ, ਪੜ੍ਹਾਉਣ ਤੋਂ ਡਰਦੇ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਗਰਲਸ ਦੇ ਮਾਪਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੀ ਕਿ ਜਿਹੜੀ ਔਰਤ ਹੈਗੀ ਹੈ ਕੋਮਲ ਜ਼ਰੂਰ ਹੈਗੀ ਆ ਪਰ ਕਮਜ਼ੋਰ ਨਹੀਂ ਹੈਗੀ। ਇਹ ਸ਼ਕਤੀ ਦਾ ਨਾਮ ਹੀ ਨਾਰੀ ਹੈ। ਜਿਹੜੀਆਂ ਕੰਜਕਾਂ ਨੂੰ ਅਸੀਂ ਕੰਜਕਾਂ ਵਾਲੇ ਦਿਨ ਲੱਭਦੇ ਫਿਰਦੇ ਹੁੰਦੇ ਆ ਨਾ ਕਿ ਸਾਨੂੰ ਅੱਜ 5 ਕੰਜਕਾਂ ਨਹੀਂ ਮਿਲ ਰਹੀਆਂ, 7 ਕੰਜਕਾਂ ਨਹੀਂ ਮਿਲ ਰਹੀਆਂ, ਇਹਨਾਂ ਨੇ ਹੀ ਅੱਜ ਆਉਣ ਵਾਲੇ ਟਾਈਮ ਵਿੱਚ ਇਤਿਹਾਸ ਰਚਨਾ ਹੈਗਾ। ਠੀਕ ਹੈ, ਤਾਂ ਮੈਂ ਪੇਰੈਂਟਸ ਨੂੰ ਇਹੀ ਕਹਾਂਗੀ ਕਿ ਵੱਧ ਤੋਂ ਵੱਧ ਆਪਣੀਆਂ ਲੜਕੀਆਂ ਨੂੰ ਪੜ੍ਹਾਓ, ਉਹਨਾਂ ਦੇ ਵਿਆਹ ਦੀ ਕਾਹਲੀ ਨਾ ਕਰੋ, ਉਹਨਾਂ ਨੂੰ ਉਹਨਾਂ ਦੇ ਪੈਰਾਂ 'ਤੇ ਖੜਾ ਰੱਖੋ। ਆਪਾਂ ਫੇਸਬੁੱਕ ਸਾਰੇ ਚਲਾ ਰਹੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜੇ ਫੇਸਬੁੱਕ ਦੇ CEO ਸੀਗੇ ਉਹਨਾਂ ਦੇ ਘਰ ਜਦੋਂ ਬੇਟੀ ਪੈਦਾ ਹੋਈ ਸੀ ਨਾ ਤਾਂ ਉਹਨਾਂ ਨੇ 99% ਆਪਣੀ ਜਾਇਦਾਦ ਦਾ ਜਿਹੜਾ ਹੈਗਾ ਉਹ ਦਾਨ ਕਰ ਦਿੱਤਾ ਸੀਗਾ। ਅਤੇ ਅੱਜ ਆਪਾਂ ਸਾਰੇ ਵੀ ਜਾਗਰੂਕ ਹੋਈਏ, ਆਪਣੀਆਂ ਇਹਨਾਂ ਲੜਕੀਆਂ ਨੂੰ, ਇਹਨਾਂ ਜਿਹੜੀਆਂ ਕਲੀਆਂ ਸਾਡੇ ਘਰ ਲਕਸ਼ਮੀ ਦੇ ਰੂਪ ਵਿੱਚ ਪੈਦਾ ਹੋਈਆਂ ਨੇ, ਜਦੋਂ ਬਹੂ ਆਉਂਦੀ ਹੈ ਤਾਂ ਵੀ ਆਪਾਂ ਲਕਸ਼ਮੀ ਕਹਿੰਦੇ ਹਾਂ, ਜਦੋਂ ਲੜਕੀ ਪੈਦਾ ਹੁੰਦੀ ਹੈ ਤਾਂ ਵੀ ਆਪਾਂ ਲਕਸ਼ਮੀ ਕਹਿੰਦੇ ਹਾਂ। ਤਾਂ ਆਪਾਂ ਇਹਨਾਂ ਲਕਸ਼ਮੀ ਨੂੰ ਲਕਸ਼ਮੀ ਹੀ ਬਣਿਆ ਰਹਿਣ ਦਈਏ, ਇਹਨਾਂ ਨੂੰ ਆਪਾਂ ਖੂਬ ਪੜ੍ਹਾਈਏ ਤਾਂ ਕਿ ਆਉਣ ਵਾਲਾ ਜਿਹੜਾ ਸਾਡਾ ਸਮਾਜ ਹੈ ਇੱਕ ਨਵੇਂ ਸਮਾਜ ਦੀ ਸਿਰਜਣਾ ਹੋਵੇ, ਇੱਕ ਨਵੀਂ ਜਿਹੜਾ ਹੈਗਾ ਸਮਾਜ ਹੋਂਦ ਵਿੱਚ ਆਵੇ, ਕਿਉਂਕਿ ਇੱਕ ਜਿਹੜੀ ਔਰਤ ਹੈ ਉਹ ਬਹੁਤ ਕੁਝ ਕਰ ਸਕਦੀ ਹੈ। ਤਾਂ ਮੈਂ ਸਾਰੇ ਪੇਰੈਂਟਸ ਨੂੰ ਇਹੀ ਕਹਾਂਗੀ ਕਿ ਆਪਣੀ ਲੜਕੀਆਂ ਨੂੰ ਜ਼ਰੂਰ ਪੜ੍ਹਾਓ। ਥੈਂਕ ਯੂ। ਦਰਸ਼ਕੋ, ਇਸ ਵੇਲੇ ਸਾਡੇ ਨਾਲ ਮੌਜੂਦ ਨੇ DAV ਸਕੂਲ ਤੋਂ ਪ੍ਰਿੰਸੀਪਲ ਮੈਮ ਮੋਨਿਕਾ ਸੂਦ ਜੀ। ਨਮਸਕਾਰ ਮੈਮ। ਨਮਸਕਾਰ ਜੀ। ਮੈਮ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਮਹਿਲਾ ਦਿਵਸ 'ਤੇ। ਥੈਂਕ ਯੂ। ਸੇਮ ਟੂ ਯੂ। ਥੈਂਕ ਯੂ ਮੈਮ। ਮੈਮ, ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੂੰਗੀ ਕਿ ਜੋ ਮਹਿਲਾ ਦਿਵਸ ਮਨਾਉਣ ਦਾ ਜਿਹੜਾ ਮਨੋਰਥ ਹੈ, ਕੀ ਉਹ ਅੱਜ ਦੇ ਸਮੇਂ ਦੇ ਵਿੱਚ ਸਹੀ ਸਾਬਿਤ ਹੋ ਰਿਹਾ ਹੈ ਕਿ ਜੋ ਮਹਿਲਾਵਾਂ ਦੇ ਹੱਕ ਨੇ ਉਹਨਾਂ ਨੂੰ ਪ੍ਰੋਪਰ ਮਿਲ ਰਹੇ ਨੇ, ਜੋ ਮਹਿਲਾਵਾਂ ਦੇ ਅਧਿਕਾਰ ਨੇ ਉਹਨਾਂ ਨੂੰ ਮਿਲ ਰਹੇ ਨੇ? ਕਾਫੀ ਹੱਦ ਤੱਕ ਪਹਿਲੇ ਨਾਲੋਂ ਤਾਂ ਬਹੁਤ ਜ਼ਿਆਦਾ ਇੰਪਰੂਵਮੈਂਟ ਹੈ। ਜੇ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਕਰੀਏ, ਆਪਾਂ ਜਦੋਂ ਅਸੀਂ ਪੜ੍ਹਦੇ ਸੀਗੇ ਉਸ ਤੋਂ ਪਹਿਲਾਂ ਵੀ ਤਾਂ ਪਤਾ ਹੀ ਨਹੀਂ ਹੁੰਦਾ ਸੀ ਕਿਸੇ ਨੂੰ ਵੀ ਵੂਮਨ ਡੇ ਦਾ ਨਾ। ਹੁਣ ਕਮ ਸੇ ਕਮ ਅਵੇਅਰਨੈਸ ਹੈ, ਲੇਡੀਜ਼ ਨੂੰ ਵੀ ਪਤਾ ਆ ਔਰ ਕਾਫੀ ਜ਼ਿਆਦਾ ਇੰਪਰੂਵਮੈਂਟ ਹੈ। ਲੇਡੀਜ਼ ਨੂੰ ਆਪਣੇ ਰਾਈਟਸ ਦਾ ਪਤਾ ਆ ਅਤੇ ਆਪਣੀਆਂ ਡਿਊਟੀਜ਼ ਦਾ ਵੀ ਪਤਾ ਆ। ਜੀ ਮੈਮ, ਅਤੇ ਮਹਿਲਾਵਾਂ ਦਾ ਅੱਜ ਦੇ ਸਮੇਂ ਦੇ ਵਿੱਚ ਸ਼ਿਕਸ਼ਿਤ ਹੋਣਾ ਕਿੰਨਾ ਜ਼ਰੂਰੀ ਹੋ ਗਿਆ ਹੈ? ਬਹੁਤ ਜ਼ਰੂਰੀ ਹੈ, 100% ਜ਼ਰੂਰੀ ਹੈ, ਕਿਉਂਕਿ ਮਹਿਲਾ ਸ਼ਿਕਸ਼ਿਤ ਹੋਏਗੀ ਤਾਂ ਹੀ ਸਾਰੀ ਫੈਮਿਲੀ 'ਚ ਹਰ ਤਰ੍ਹਾਂ ਫੈਮਿਲੀ ਦੀ ਇਕੋਨਮੀ, ਬੱਚਿਆਂ ਦਾ ਜੋ ਵੀ ਐਜੂਕੇਸ਼ਨ ਹੈ ਉਹ ਸਾਰਾ ਉਹਦੇ 'ਤੇ ਹੀ ਡਿਪੈਂਡ ਕਰਦਾ ਆ ਕਿ ਜਿਹੜੀ ਲੇਡੀ ਹੈ ਘਰ ਦੇ ਵਿੱਚ ਉਹ ਕਿਸ ਤਰ੍ਹਾਂ ਮੈਨੇਜ ਕਰ ਰਹੀ ਹੈ ਅਤੇ ਕੀ ਐਜੂਕੇਸ਼ਨ ਦੇ ਰਹੀ ਹੈ ਉਹ ਆਪਣੇ ਬੱਚਿਆਂ ਨੂੰ। ਸੋਸਾਇਟੀ ਦੇ ਵਿੱਚ ਉਹਦੀ ਕੰਟਰੀਬਿਊਸ਼ਨ, ਜੋ ਵਰਕਿੰਗ ਲੇਡੀ ਹੈ ਫਿਰ ਤਾਂ ਹੋਰ ਵੀ ਜ਼ਿਆਦਾ ਰਿਸਪੋਂਸੀਬਿਲਿਟੀ ਬਣ ਜਾਂਦੀ ਹੈ। ਜਿਸ ਤਰ੍ਹਾਂ ਮੈਂ ਐਜੂਕੇਸ਼ਨ ਫੀਲਡ ਦੇ ਵਿੱਚ ਹਾਂ ਅਤੇ ਮੈਨੂੰ ਸਪੈਸ਼ਲ ਜਿਸ ਤਰ੍ਹਾਂ ਇਸ ਵਾਰ ਮੈਂ ਆਪਣਾ ਸਕੂਲ ਕੋਐਡ ਕਰ ਲਿਆ ਬਿਕਾਜ਼ ਮੈਨੂੰ ਕਮੀ ਲੱਗਦੀ ਸੀਗੀ ਕਿ ਸਕੂਲ ਦੇ ਵਿੱਚ ਸਿਰਫ ਬॉयਜ਼ ਹੈ। 123 ਸਾਲ ਤੋਂ ਇਹ ਬॉयਜ਼ ਸਕੂਲ ਹੀ ਚੱਲ ਰਿਹਾ ਸੀਗਾ ਅਤੇ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਵਾਈ ਨਾਟ ਗਰਲਸ ਕਿਉਂ ਨਹੀਂ ਹੈ ਇਸ ਸਕੂਲ ਦੇ ਵਿੱਚ, ਅਤੇ ਐਡੀਸ਼ਨ ਕਰਕੇ ਅਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਇਸ ਵਾਰ ਮੈਂ ਬੱਚੀਆਂ ਦਾ ਵੈਲਕਮ ਕੀਤਾ ਆ। ਕੱਲ੍ਹ ਉਹਨਾਂ ਦੀ ਹਲਕੀ ਜਿਹੀ ਫੇਅਰਵੈਲ ਸੀ ਕੋਵਿਡ ਨੂੰ ਮੱਦੇਨਜ਼ਰ ਰੱਖਦਿਆਂ, ਅਤੇ ਬਹੁਤ ਜ਼ਿਆਦਾ ਅੱਛਾ ਲੱਗਾ ਮੈਨੂੰ ਗਰਲਸ ਨੂੰ ਇੰਟਰੋਡਿਊਸ ਕਰਕੇ। ਮੈਮ, ਜਿਸ ਤਰ੍ਹਾਂ ਤੁਹਾਡਾ ਸਕੂਲ ਕੋਐਡ ਹੋ ਗਿਆ ਹੈ, ਹੁਣ ਗਰਲਸ ਵੀ ਆਉਂਦੀਆਂ ਨੇ, ਅਤੇ ਜਿਹੜੇ ਉੱਥੇ ਬॉयਜ਼ ਸੀ ਪਹਿਲੇ ਤੋਂ, ਉਹਨਾਂ ਨੂੰ ਅਵੇਅਰ ਕਰਨ ਵਾਸਤੇ ਕਿ ਗਰਲਸ ਦੇ ਪ੍ਰਤੀ ਜਿਹੜੀ ਰਿਸਪੈਕਟ ਹੈ ਉਹ ਬਣਾਉਣ ਵਾਸਤੇ ਕਿਸ ਤਰ੍ਹਾਂ ਦੇ ਪ੍ਰਯਾਸ ਕੀਤੇ ਜਾ ਰਹੇ ਨੇ? ਅਸੀਂ ਸਭ ਤੋਂ ਪਹਿਲਾਂ ਤਾਂ ਗਰਲਸ ਦੀ ਕਾਉਂਸਲਿੰਗ ਕੀਤੀ ਆ। ਗਰਲਸ ਨੂੰ ਸੈਪਰੇਟ ਇੱਕ ਦਿਨ ਹਾਲ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਸਾਰਾ ਸਮਝਾਇਆ ਕਿ ਜਿਸ ਤਰ੍ਹਾਂ ਬॉयਜ਼ ਦੇ ਨਾਲ ਤੁਸੀਂ ਪ੍ਰੋਪਰ ਬਿਹੇਵ ਕਰਨਾ ਆ, ਜ਼ਿਆਦਾ ਲੂਜ਼ ਟਾਕ ਨਹੀਂ ਕਰਨੀ। ਪਹਿਲਾਂ ਗਰਲਸ ਨੂੰ ਸਮਝਾਇਆ, ਇਸੇ ਤਰ੍ਹਾਂ ਜਿਹੜੇ ਸਾਡੇ ਟੀਚਰ ਆ ਉਹਨਾਂ ਨੂੰ ਬॉयਜ਼ ਨੂੰ ਵੀ ਕਿਹਾ ਕਿ ਆਪਣੇ ਲਿਮਿਟ 'ਚ ਰਹਿਣਾ ਆ ਸੋਸਾਇਟੀ ਦੇ ਵਿੱਚ ਜਿਸ ਤਰ੍ਹਾਂ ਵੀ ਹੈਗਾ। ਅਤੇ ਦੋਨਾਂ ਦੀ ਕਾਉਂਸਲਿੰਗ ਕਰਕੇ ਕੋਈ ਐਡੀ ਪ੍ਰੋਬਲਮ ਆਈ ਨਹੀਂ ਹੈ। ਬੱਚੇ ਸਮਝਦਾਰ ਹੈ, ਵੈਸੇ ਕੋਈ ਇੱਦਾਂ ਦੀ ਹੁਣ ਪ੍ਰੋਬਲਮ ਹੈ ਨਹੀਂ। ਠੀਕ ਹੈ।
ਤੇ ਮੈਂ ਅੰਤ 'ਚ ਚਾਹਾਂਗੀ ਕਿ ਸੰਦੇਸ਼ ਦੇਵੋ ਉਹਨਾਂ ਮਹਿਲਾਵਾਂ ਨੂੰ ਜਿਹੜੀਆਂ ਅੱਗੇ ਵੱਧ ਕੇ ਸਫਲ ਹੋਣ ਦੀਆਂ ਇੱਛਾ ਰੱਖਦੀਆਂ ਨੇ। ਹਾਂ, ਉਹਨਾਂ ਲਈ ਇਹੀ ਸੰਦੇਸ਼ ਹੈ ਕਿ ਤੁਸੀਂ ਕਦੀ ਵੀ ਆਪਣੇ ਆਪ ਨੂੰ ਅੰਡਰ ਐਸਟੀਮੇਟ ਨਾ ਕਰੋ। ਠੀਕ ਹੈ, ਆਪਾਂ ਆਪਣੇ ਰਾਈਟਸ ਦੇ ਲਈ ਤਾਂ ਅਵੇਅਰ ਹੈਗੇ ਹਾਂ, ਬਟ ਜਦੋਂ ਕੋਈ ਡਿਊਟੀ ਦੀ ਗੱਲ ਆਉਂਦੀ ਹੈ ਕਿ ਲੇਡੀਜ਼ ਇਹ ਕਹਿਣ ਕਿ ਨਹੀਂ ਹੁਣ ਤਾਂ ਮੈਂ ਲੇਡੀ ਹਾਂ, ਮੈਂ ਕੰਮ ਕਰ ਨਹੀਂ ਸਕਦੀ, ਇਹ ਥਿੰਕਿੰਗ ਬਿਲਕੁਲ ਖਤਮ ਹੋਣੀ ਚਾਹੀਦੀ ਹੈ। ਠੀਕ ਹੈ, ਸੁਸਾਇਟੀ ਦੇ ਵਿੱਚ ਕਿਹੜਾ ਕੰਮ ਹੈ ਜਿਹੜਾ ਲੇਡੀਜ਼ ਨਹੀਂ ਕਰਦੀਆਂ, ਹਰ ਫੀਲਡ ਦੇ ਵਿੱਚ ਸਕਸੈਸਫੁਲ ਹੈ ਲੇਡੀਜ਼। ਠੀਕ ਹੈ, ਤੇ ਕਦੀ ਵੀ ਇਹ ਨਹੀਂ ਕਹਿਣਾ ਜਿੱਦਾਂ ਸੀਨੀਅਰਸ ਨੂੰ ਜਾਂ ਜਿੱਦਾਂ ਮੇਰੇ ਕੋਲ ਵੀ ਲੇਡੀਜ਼ ਹੈ ਕਿ ਨਹੀਂ ਅਸੀਂ ਹੁਣ ਫੀਲਡ ਦਾ ਕੰਮ ਹੈ ਅਸੀਂ ਨਹੀਂ ਕਰਨਾ, ਇਹ ਤਾਂ ਜੈਂਟਸ ਦਾ ਹੈ, ਇੱਦਾਂ ਕਦੀ ਵੀ ਨਹੀਂ ਸੋਚਣਾ ਚਾਹੀਦਾ ਆ। ਸਾਰੇ ਕੰਮ ਲੇਡੀਜ਼ ਕਰ ਸਕਦੀਆਂ ਆ ਤੇ ਹੁਣ ਕਾਫੀ ਸੇਫ ਹੈ ਵੈਸੇ ਵੀ ਲੇਡੀਜ਼। ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਸੈਲਫ ਕੌਨਫੀਡੈਂਸ ਡਿਵੈਲਪ ਕਰਨਾ ਚਾਹੀਦਾ ਆ, ਜਿਹਦੇ ਨਾਲ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੈ। ਜਿੱਦਾਂ ਮੇਰਾ ਵੀ ਹੁਣ ਮੈਂ ਇਸ ਸਕੂਲ ਦੀ ਫਸਟ ਲੇਡੀ ਪ੍ਰਿੰਸੀਪਲ ਬਣੀ ਆ, ਠੀਕ ਹੈ ਨਾ, ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ, ਬਹੁਤ ਅੱਛਾ ਹੋਇਆ, ਪਹਿਲੇ ਨਾਲੋਂ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਮੇਰੇ ਸਕੂਲ ਨੂੰ। ਸੈਲਫ ਕੌਨਫੀਡੈਂਸ ਹੋਣਾ ਚਾਹੀਦਾ ਆ ਤੇ ਆਪਣੀ ਡਿਊਟੀ ਵੀ ਮਤਲਬ 100% ਦੇਣਾ ਚਾਹੀਦਾ। ਤੇ ਮੈਮ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਦਰਸ਼ਕ, ਉਹਨਾਂ ਨੂੰ ਵੀ ਜਿਹੜੀ ਮਹਿਲਾ ਦਿਵਸ ਹੈ ਉਹਦੀਆਂ ਸ਼ੁਭਕਾਮਨਾਵਾਂ। ਹਾਂਜੀ, ਮੈਂ ਮਹਿਲਾ ਦਿਵਸ 'ਤੇ ਸਾਰੀਆਂ ਲੇਡੀਜ਼ ਨੂੰ, ਗਰਲਸ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ ਤੇ ਮੇਰੀ ਇਹੀ ਉਹਨਾਂ ਨੂੰ ਹੈ ਅਪੀਲ ਕਿ ਤੁਸੀਂ ਆਪਣੀ ਡਿਊਟੀਜ਼, ਆਪਣੇ ਅਧਿਕਾਰ ਪ੍ਰਤੀ ਸੁਚੇਤ ਰਹੋ। ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਕੀ ਰਾਈਟਸ ਹੈ, ਕੀ ਅਸੀਂ ਕਰ ਸਕਦੇ ਹਾਂ, ਤੇ ਕਦੀ ਵੀ ਅੰਡਰ ਐਸਟੀਮੇਟ ਨਾ ਕਰੋ ਆਪਣੇ ਆਪ ਨੂੰ, ਤੇ ਸੋਸਾਇਟੀ 'ਚ ਸਾਰਾ ਕੁਝ ਅੱਛਾ ਹੋ ਜਾਏਗਾ। ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਾਡੇ ਨਾਲ ਗੱਲਬਾਤ ਕਰਨ ਲਈ ਇੱਥੇ ਸਾਡੇ ਨਾਲ ਮੌਜੂਦ ਨੇ ਸਕਸੈਸਫੁਲ ਬਿਜ਼ਨਸਮੈਨ ਨਾਈਸ ਕੰਪਿਊਟਰਸ ਤੋਂ ਸਵੀਨ ਸੈਣੀ ਜੀ, ਜਿਹੜੇ ਕਿ ਸਾਈਕੋਲੋਜਿਸਟ ਵੀ ਨੇ। ਇਹਨਾਂ ਦੇ ਨਾਲ ਗੱਲ ਕਰਾਂਗੇ। ਨਮਸਕਾਰ मैम। नमस्कार मैम, जो पर्पज़ है महिला दिवस मनाने का, आज सारे अंतर्राष्ट्रीय स्तर पर इसे मनाया जाता है ना, तो जो इसका मनोरथ है क्या ये वाकई में सार्थक सिद्ध हो रहा है? देखिए, बड़ा कंफ्यूजिंग क्वेश्चन है और दो राय होंगी इसमें, लेकिन मैं ये कह सकती हूँ कॉन्फिडेंस के साथ कि हाँ, वक्त बदलने के साथ साथ ये मनोरथ सच साबित हो रहा है। और मैं चाहूँगी अपनी सभी सखियों को नारी उत्सव की मुबारक देना, क्योंकि इन्हीं से रोशन है सारा जहाँ। जीवन बुनती हैं स्त्रियाँ और सृष्टि के रचना में एक बहुत ही बड़ा योगदान जो हम महिलाओं का है वो काबिल तारीफ़ है। सौम्य होने के साथ साथ सबलता का प्रतीक हैं हम। और जो भी मेरी सखी को ये लगता है कि वो कमज़ोर हैं, निरीह हैं, निर्बल हैं या दूसरों पे आश्रित हैं, तो मेरा संदेश सिर्फ यही है कि अपने हौसलों पर, अपनी ताकत पर यकीन रखिए। और 4 लाइनें मैं इसके लिए जस्टिफिकेशन के लिए भी कहना चाहूँगी ज़रूर। हिम्मत बुलंद है अपनी, हिम्मत बुलंद है अपनी, पत्थर की जान रखते हैं, कदमों तले ज़मीं तो क्या हम आसमान रखते हैं। मुश्किलें भले ही आएँ, चुनौतियाँ पंख कुतर जाएं, हम वो हैं जो हम हौसलों से ही उड़ान रखते हैं। तो दूसरों की वैलिडेशन की, वेट करने की, एक्सपेक्ट करने की ज़रूरत नहीं है, सिर्फ़ और सिर्फ अपनी ताकत पे भरोसा रखने की ज़रूरत है, अगर असल में हमें इस मनोरथ को पूरा करना है। और अगर आपकी इजाज़त हो तो मैं एक छोटी सी रियल स्टोरी आपके साथ साझा करना चाहूँगी। अभी हम लोग कर्नाटका और आंध्रा घूम के आए और बाय रोड सफ़र करते हुए मैं एक बिल्कुल अनपढ़ ट्राइबल वुमेन से मिली, जिसके दाएं बाएं 2 बच्चे ऑलरेडी खड़े थे, बेटियां, और वो गर्भवती थी। उन्होंने एक छोटी सी दुकान लगा रखी थी सड़क के किनारे। तो मैं अचानक पता नहीं क्या हुआ तो मैं रुकी और मैंने उनसे कुछ सामान भी ख़रीदा और मेरी उससे कुछ बातचीत हुई कि आप क्या करती हैं, किस तरह। तो उसने बोला कि मेरा जो हस्बैंड है वो सपोर्ट नहीं करता, दारू पीता है, मारता है, मेरी 2 बेटियां हैं और मैं तीसरे बच्चे को जन्म देने जा रही हूँ कि बेटे के इंतज़ार में, और मुझे ये बता दिया गया है कि अगर बेटी हुई तीसरी तो घर आने की ज़रूरत नहीं है। तो लेकिन उसने मुझे मुस्कुराते हुए बोला, तो मैंने बोला आप क्या करोगी, इन 2 बच्चियों का क्या होगा। तो उसने बोला कि मुझे फ़र्क नहीं पड़ता कि मेरी तीसरी बेटी होगी या बेटा होगा, अगर मेरी तीसरी बेटी भी हुई तो मैं इतनी ताकत रखती हूँ कि मैं उसे बचा सकूँ और पाल सकूँ, मैं किसी पर आश्रित नहीं हूँ। मैं उस इलाके की बात कर रही हूँ जहाँ वुमेन्स सपोर्ट या वुमेन एम्पावरमेंट के नाम पे कुछ भी नहीं है। तो अगर हम सबको, जिनको ये सहारा सपोर्ट मिल रहा है, वो बहाने ना लगाएं। और अगर आपसे कोई ये कहता है कि औरत को एम्पावर करना पड़ता है, उसे सशक्त बनाना पड़ता है, तो उनकी हंसी उड़ाएं, क्योंकि हम तो खुद ही सशक्त हैं।
मुझे बहुत गर्व है ये कहने में कि प्राचीन काल की नारी भी ना तो वो अबला थी, ना ही वो रूढ़िवादी थी। अगर हम इतिहास भी पढ़ें, ये सिर्फ समाज का थोपा हुआ एक झूठा आईना है। कई बार लोग मेरा मजाक उड़ाते हैं कि तुम अपने पति से 2 कदम पीछे क्यों चलती हो, तुम एक सक्सेसफुल बिजनेस वुमेन हो तो तुम पैसा अपने हाथ में क्यों नहीं रखती हो, तुम खुद गाड़ी क्यों नहीं चलाती हो, तुम उन पर आश्रित क्यों हो। बहुत से लोग मुझसे ये सवाल पूछते हैं, तो मैं उन्हें हमेशा ये बताती हूँ कि मैं आश्रित तो हूँ पर मैं इतनी ताकतवर हूँ, मैं उनसे 2 कदम इसलिए पीछे चलती हूँ कि अगर वो गिरें तो उन्हें मैं संभाल सकूँ। और यही एक औरत की ताकत है। जो भी पुरुष वर्ग, जो भी भाई, जो भी पिता, जो भी पति, जो भी दोस्त आज किसी भी महिला का साथ दे रहे हैं, उनकी शक्ति बने हैं और उन्हें बराबरी का दर्जा दे रहे हैं, वुमेंस डे पे असली बधाई के हकदार वो हैं। और तमाचा है वो उन सब समाज के पुरुषों के ऊपर जो किसी भी वर्ग की औरत को अपने से कमज़ोर समझते हैं। तो मैं सभी को बहुत बहुत दिल से बधाई देना चाहती हूँ कि हम ना कभी पीछे थे, ना कभी पीछे हैं, ना कभी पीछे रहेंगे। ना हम कभी आगे थे, ना आगे हैं, ना आगे रहेंगे। हम हर चुनौती में अपने पुरुष वर्ग के साथ कदम से कदम, कंधे से कंधा मिलाकर चलेंगे। थैंक यू सो मच। दर्शकों, इस वेले साडे नाल मौजूद ने पंडित जगत राम गौरमेंट पॉलीटैक्निक कॉलेज तो प्रिंसीपल रचना कौर जी। मैम नमस्कार। नमस्कार जी। मैम, सब तो पहले तो तुसी बधाई दे पात्र हो कि तुसी एक कॉलेज दे विच प्रिंसीपल दे मुकाम दे उत्ते बैठे होए हो ते सारा कुछ उत्थे मेनटेन कर रहे हो अपने कॉलेज दा, है ना। ते इस दे नाल नाल मैं तुहानू महिला दिवस दी बहुत बहुत शुभकामनावां देना चाहनी हाँ। ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਵੀ ਤੁਸੀਂ ਇੰਟਰਨੈਸ਼ਨਲ ਵਿਮਨਸ ਡੇ ਤੇ ਮੇਰੇ ਵੱਲੋਂ ਤੁਸੀਂ ਮੁਬਾਰਕਾਂ ਕਬੂਲ ਕਰੋ ਐਂਡ ਸਾਰੀ ਮੇਰੀਆਂ ਮਹਿਲਾਵਾਂ ਜੋ ਵੀ ਸੁਣ ਰਹੀਆਂ ਹਨ ਉਹਨਾਂ ਨੂੰ ਵੀ ਮੇਰੇ ਵੱਲੋਂ ਮਹਿਲਾ ਦਿਵਸ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ। ਸੋ 8 ਮਾਰਚ ਨੂੰ ਜਿਹੜਾ ਹੈਗਾ ਸਾਡਾ ਇਹ ਇੰਟਰਨੈਸ਼ਨਲ ਵਿਮਨਸ ਡੇ ਮਨਾਇਆ ਜਾਂਦਾ ਹੈ ਜੋ ਕਿ ਇਸ ਵਾਰ ਮੰਡੇ ਨੂੰ ਆ ਰਿਹਾ ਹੈ। ਸੋ ਜਿਵੇਂ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ, ਸਭ ਨੂੰ ਪਤਾ ਹੀ ਹੈ ਕਿ ਇੰਟਰਨੈਸ਼ਨਲ ਵਿਮਨਸ ਡੇ ਇੱਕ ਸਾਨੂੰ ਯਾਦ ਕਰਵਾਉਂਦਾ ਹੈ, ਸਾਨੂੰ ਮਹਿਲਾਵਾਂ ਨੂੰ ਇੱਕ ਚੀਜ਼ ਦਾ ਸੰਦੇਸ਼ ਦਿੰਦਾ ਹੈ ਵੀ ਵੀ ਆਰ ਨੋ ਲੈਸ ਦੈਨ ਐਨੀਬਡੀ ਐਲਸ ਇਨ ਦ ਸੋਸਾਇਟੀ। ਇਸ ਵਾਰ ਜਿਹੜਾ ਸਾਡਾ 2021 ਦਾ ਜਿਹੜਾ ਥੀਮ ਹੈ ਉਹ ਵੀ ਇਹੀ ਹੈ ਸਾਡਾ ਜਿਹੜਾ ਇੰਟਰਨੈਸ਼ਨਲ ਵਿਮਨਸ ਡੇ ਦਾ, ਵਿਮਨ ਇਨ ਲੀਡਰਸ਼ਿਪ ਅਚੀਵਿੰਗ ਐਨ ਇਕੁਅਲ ਫਿਊਚਰ ਇਨ ਅ ਕੋਵਿਡ-19 ਵਰਲਡ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਸਾਡਾ ਜਿਹੜਾ 2020 ਦੇ ਵਿੱਚ ਸਾਡਾ ਮਾਰਚ ਦੇ ਵਿੱਚ ਇੱਕ ਵੱਡੀ ਹੀ ਭਿਅੰਕਰ ਮਹਾਮਾਰੀ ਜਿਹੜੀ ਸਾਡੇ ਦੁਨੀਆ ਦੇ ਵਿੱਚ ਸਟਾਰਟ ਹੋਈ ਸੀਗੀ ਕੋਵਿਡ-19, ਉਹਦੇ ਵਿੱਚ ਉਸ ਨੂੰ ਲੈ ਕੇ ਇਹ ਥੀਮ ਸਾਡਾ ਬਣਾਇਆ ਗਿਆ ਹੈ ਜਿਹਦੇ ਵਿੱਚ ਕਿ ਇਹਨਾਂ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵਿਮਨ ਕਿਸੇ ਗੱਲੋਂ ਘੱਟ ਨਹੀਂ ਹੈ ਇਸ ਬਿਮਾਰੀ ਨੂੰ, ਇਸ ਮਹਾਮਾਰੀ ਨੂੰ ਕੰਟਰੋਲ ਦੇ ਵਿੱਚ ਪਾਉਣ ਦੇ ਲਈ। ਸੋ ਮੈਂ ਇਹਦੇ ਵਿੱਚ ਬਿਲਕੁਲ ਹੀ ਸਹਿਮਤ ਹੈਗੀ ਹਾਂ ਇਸ ਥੀਮ ਦੇ ਵਿੱਚ। ਮੇਰੀ ਆਪਣੀ ਬੇਟੀ ਹੈ, ਉਹ ਡਾਕਟਰ ਹੈਗੀ ਹੈ ਨਵਾਂਸ਼ਹਿਰ ਸਿਵਲ ਹਸਪੀਟਲ ਦੇ ਵਿੱਚ। ਉਹ ਇਸ ਵਕਤ ਪੂਰੇ ਨਵਾਂਸ਼ਹਿਰ ਜ਼ਿਲ੍ਹੇ ਦੀ ਜਿਹੜੀ ਹੈਗੀ ਆ ਉਹ ਕੋਵਿਡ ਦੀ ਜਿਹੜੀ ਟੈਸਟਿੰਗ ਦੀ ਉਹ ਨੋਡਲ ਆਫਿਸਰ ਹੈ। ਸੋ ਮੈਨੂੰ ਬੜੇ ਗਰਵ ਨਾਲ ਕਹਿਣਾ ਪੈ ਰਿਹਾ ਹੈਗਾ ਕਿ ਇੱਕ ਔਰਤ, ਮੇਰੀ ਬੇਟੀ, ਇੱਕ ਲੜਕੀ, ਇੱਕ ਔਰਤ ਨੇ ਇੱਕ ਫਰੰਟ ਲਾਈਨ ਸੰਭਾਲਿਆ ਹੋਇਆ ਹੈਗਾ ਆ। ਸੋ ਵਾਕਈ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਵੀ ਵੂਮਨ ਇੱਕ ਅਬਲਾ ਨਾਰੀ ਹੈ। ਸੋ ਮੈਨੂੰ ਹੀ ਦੇਖ ਲਓ, ਮੈਨੂੰ ਮੇਰੇ ਪੇਰੈਂਟਸ ਨੇ ਪੜ੍ਹਾਇਆ, ਇਸ ਕਾਬਿਲ ਬਣਵਾਇਆ ਕਿ ਮੈਂ ਇੱਕ ਪ੍ਰਿੰਸੀਪਲ ਦੀ ਪੋਜੀਸ਼ਨ 'ਤੇ ਪਹੁੰਚੀ ਹਾਂ। ਮੇਰੀਆਂ 2 ਬੇਟੀਆਂ ਹੈ, ਦੋਨੋਂ ਹੀ ਡਾਕਟਰ ਨੇ, ਦੋਨੋਂ ਹੀ ਅੱਛੀ ਪੋਜੀਸ਼ਨ ਦੇ ਵਿੱਚ ਸੁਸਾਇਟੀ ਦੇ ਵਿੱਚ ਸੇਵਾ ਕਰ ਰਹੀ ਹੈ। ਸੋ ਮੈਨੂੰ ਬਹੁਤ ਮਾਣ ਹੈ ਇਸ ਗੱਲ ਦਾ ਕਿ ਜਿਹੜਾ ਇੰਟਰਨੈਸ਼ਨਲ ਵਿਮਨਸ ਡੇ ਨੂੰ ਪੂਰਾ ਸੰਸਾਰ ਇੱਕ ਡੇਟ ਚੁਣ ਕੇ ਉਸ ਨੂੰ ਆਨਰ ਕਰਦੀਆਂ ਹੈ। ਮਹਿਲਾਵਾਂ ਦੀ ਅੱਜ ਦੇ ਸਮੇਂ ਦੇ ਵਿੱਚ ਵੀ ਕੀ ਸਥਿਤੀ ਦੇਖਦੇ ਹੋ ਕਿ ਐਜੂਕੇਸ਼ਨ ਦੇ ਵਿੱਚ ਜਾਂ ਹਰੇਕ ਫੀਲਡ ਦੇ ਵਿੱਚ ਮਹਿਲਾਵਾਂ ਅੱਗੇ ਨੇ, ਪਰ ਕੁਝ ਸਮਾਜਿਕ ਇੱਦਾਂ ਦੇ ਤੱਤਵ ਨੇ ਜਿਨ੍ਹਾਂ ਦੇ ਮੈਂਟੈਲਿਟੀ ਸਹੀ ਨਾ ਹੋਣ ਦੇ ਕਰਕੇ ਮਹਿਲਾਵਾਂ ਨੂੰ ਉਹ ਅੱਗੇ ਵਧਣ ਨਹੀਂ ਦੇਣਾ ਚਾਹੁੰਦੇ ਜਾਂ ਉਹਨਾਂ ਨੂੰ ਮੌਕੇ ਨਹੀਂ ਦੇਣਾ ਚਾਹੁੰਦੇ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਤੁਸੀਂ ਬਹੁਤ ਹੀ ਜਿਵੇਂ ਕਹਿੰਦੇ ਹੋ ਵੀ ਤੁਸੀਂ ਇੱਕ ਦੁੱਖ ਦੀ ਰਗ ਨੂੰ ਹੱਥ ਲਗਾ ਲਿਆ ਹੈ। ਮੈਂ ਕੋ ਐਜੂਕੇਸ਼ਨ ਕਾਲਜ ਦੀ ਪ੍ਰਿੰਸੀਪਲ ਹੈ। ਮੈਨੂੰ ਜਦੋਂ ਵੀ ਲੜਕੇ ਲੜਕੀਆਂ ਨੂੰ ਇਕੱਠੇ ਬੈਠਿਆਂ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਦਾ ਹੈ, ਮੈਂ ਹਮੇਸ਼ਾ ਇਹੀ ਕਹਿੰਦੀ ਹਾਂ ਵੀ ਬੱਚਿਓ,
ਲੜਕੇ ਨੂੰ ਵੀ ਪੇਰੈਂਟਸ ਨੇ ਪੜ੍ਹਨ ਭੇਜਿਆ ਹੈ, ਲੜਕੀਆਂ ਨੂੰ ਵੀ ਪੇਰੈਂਟਸ ਨੇ ਪੜ੍ਹਨ ਭੇਜਿਆ ਹੈ। ਇਹ ਹੁਣ ਜਿਹੜੇ ਲੜਕੇ ਹੈ, ਲੜਕਾ ਸਮਾਜ ਹੈ, ਉਹ ਬਹੁਤ ਜ਼ਿੰਮੇਵਾਰੀ ਦੇ ਨਾਲ ਉਹ ਸੋਚ ਸਕਦਾ ਹੈ ਵੀ ਜੇਕਰ ਅੱਜ ਇਹ ਲੜਕੀਆਂ ਪੜ੍ਹਨ ਲਈ ਬਾਹਰ ਨਿਕਲੀਆਂ ਹੈ ਤੇ ਕੀ ਤੁਸੀਂ ਉਹਨਾਂ ਨੂੰ ਇੱਕ ਸੇਫ ਐਨਵਾਇਰਨਮੈਂਟ ਦੇ ਰਹੇ ਹੋ ਤਾਂ ਕਿ ਅੱਗੇ ਤੋਂ ਵੀ ਬੱਚੀਆਂ ਪੜ੍ਹਨ ਬਾਹਰ ਨਿਕਲਣ। ਸੋ ਇਹਦੇ ਲਈ ਲੜਕੀ ਪੜ੍ਹਨਾ ਚਾਹੁੰਦੀ ਹੈ ਤੇ ਲੜਕੇ ਨੂੰ ਵੀ, ਸਾਡਾ ਲੜਕਾ ਸਮਾਜ ਨੂੰ ਵੀ ਸਾਨੂੰ ਉਸ ਨੂੰ ਬਰਾਬਰ ਦਾ ਸਪੋਰਟ ਦੇਣਾ ਪੈਣਾ, ਚਾਹੇ ਉਹ ਇੱਕ ਆਪਣੇ ਘਰ ਦੇ ਵਿੱਚ ਭਰਾ ਹੈ, ਚਾਹੇ ਬਾਪ ਹੈ, ਚਾਹੇ ਬਾਜ਼ ਦੇ ਵਿੱਚੋਂ ਹਸਬੈਂਡ ਹੈ, ਉਸ ਨੂੰ ਪ੍ਰੋਪਰ ਸਪੋਰਟ ਦੀ ਲੋੜ ਹੈ ਘਰ ਦੇ ਵਿੱਚ। ਬਟ ਬਾਹਰ ਵੀ ਉਸ ਨੂੰ ਜਿਹੜਾ ਹੈਗਾ ਸੋਸਾਇਟੀ ਜਿਹੜਾ ਇਕੁਅਲ ਸਪੋਰਟ ਦੇਵੇ, ਤਦ ਹੀ ਸਾਡੀ ਜਿਹੜੀ ਹੈਗੀ ਹੈ ਲੜਕੀ, ਜਿਹੜੇ ਅਸੀਂ ਪੇਰੈਂਟਸ ਬੀਇੰਗ ਪੇਰੈਂਟਸ ਅਸੀਂ ਬੱਚੀ ਨੂੰ ਬਾਹਰ ਕਿਸੇ ਕਾਬਿਲ ਬਣਾਉਣ ਭੇਜ ਰਹੇ ਹੈਗੇ ਆ, ਉਸ ਨੂੰ ਮੇਲ ਸੋਸਾਇਟੀ ਦੇ ਵਿੱਚ ਉਸ ਨੂੰ ਸੇਫ ਬਣਾਇਆ ਜਾਵੇ। ਸੋ ਮੇਰਾ ਅੱਜ ਇਸ ਤੁਹਾਡੇ ਰਾਹੀਂ ਮੇਰੇ ਸਾਰੇ ਮੇਲ ਸਮਾਜ ਨੂੰ ਵੀ ਇੱਕ ਮੇਰੀ ਬੇਨਤੀ ਕਹਿ ਲਓ, ਮੇਰੀ ਇੱਕ ਪ੍ਰਾਰਥਨਾ ਕਹਿ ਲਓ, ਇੱਕ ਮਾਂ ਵੱਲੋਂ, ਇੱਕ ਔਰਤ ਵੱਲੋਂ ਕਿ ਪਿਆਰੇ ਬੱਚਿਓ, ਪਿਆਰੇ ਬੇਟਿਓ ਮੇਰਿਓ, ਪਿਆਰੇ ਭਰਾਵੋ ਮੇਰਿਓ, ਬੱਚੀ ਜਿਹੜੀ ਬਾਹਰ ਨਿਕਲ ਕੇ ਪੜ੍ਹਨ ਆ ਰਹੀ ਹੈ, ਨੌਕਰੀ ਕਰਨ ਆ ਰਹੀ ਹੈ, ਤੁਸੀਂ ਉਸ ਨੂੰ ਇੱਕ ਸੇਫ ਐਨਵਾਇਰਨਮੈਂਟ ਦੇਵੋ ਕਿ ਆਪਣੇ ਆਪ ਨੂੰ ਉਹ ਸੜਕ ਤੇ ਘੁੰਮਦੀ, ਚਾਹੇ ਉਹ 11 ਵਜੇ ਹੈ, ਉਹ ਆਪਣੇ ਆਪ ਨੂੰ ਸੇਫ ਮਹਿਸੂਸ ਕਰੋ। ਹਾਂ, ਕਈ ਵਾਰੀ ਅਸੀਂ ਬੜੇ ਹੀ ਸਲੋਗਨ ਦੇਖਦੇ ਹਾਂ ਵੀ ਲੜਕੀ ਢੰਗ ਦੇ ਕੱਪੜੇ ਨਹੀਂ ਪਾਉਂਦੀ, ਇਸ ਕਰਕੇ ਉਹਦੇ ਨਾਲ ਛੇੜਖਾਨੀ ਹੁੰਦੀ ਹੈ। ਬਟ ਇਹਦੇ ਵਿੱਚ ਇੱਕ ਕੁਐਸਚਨ ਮਾਰਕ ਇਹ ਹੈ ਵੀ ਕੀ ਆਪਾਂ ਸੁਣਿਆ ਹੀ ਹੋਣਾ ਵੀ 1.5 ਸਾਲ ਦੀ ਬੱਚੀ, 2 ਸਾਲ ਦੀ ਬੱਚੀ ਦੇ ਨਾਲ ਵੀ ਬਲਾਤਕਾਰ ਹੋ ਰਿਹਾ ਹੈ, ਕੀ ਉਹਦੇ ਮਾੜੇ ਕੱਪੜੇ ਹੁੰਦੇ ਆ? ਉਹ ਇੱਕ 2 ਸਾਲ ਦੀ ਬੱਚੀ ਨੂੰ ਵੀ ਇੱਕ ਅਸੀਂ ਮਾੜੀ ਨਿਗਾਹਾਂ ਨਾਲ ਦੇਖ ਰਹੇ ਹਾਂ। ਸੋ ਕੀ ਉਹ ਬੱਚੀ ਜਿਹੜੀ ਹੈਗੀ ਆ ਵੱਡੀ ਹੋ ਕੇ ਉਹਦੇ ਉੱਪਰ ਕਲੰਕ ਲੱਗ ਜਾਂਦਾ ਹੈਗਾ ਜੀ, ਇਹ ਬੱਚੀ ਦਾ ਬਲਾਤਕਾਰ ਹੋਇਆ, ਉਸ ਪੇਰੈਂਟਸ ਦੇ ਉੱਪਰ ਕੀ ਬੀਤਦੀ ਹੋਣੀ। ਸੋ ਪਿਆਰੇ ਬੱਚਿਓ, ਮੇਰੇ ਪਿਆਰੇ ਬੱਚਿਓ, ਇੱਕ ਆਪਾਂ ਸਮਾਜ ਨੂੰ ਇੱਕ ਆਪਣਾ ਹੈਲਦੀ ਸਮਾਜ ਬਣਾਉਣਾ ਹੈ, ਲੜਕੀਆਂ ਨੂੰ ਬਾਹਰ ਪੜ੍ਹ ਲੈਣ ਦਈਏ, ਬਿਲਕੁਲ ਅਸੀਂ ਉਸ ਨੂੰ ਸੇਫ ਐਨਵਾਇਰਨਮੈਂਟ ਦੇਣਾ ਚਾਹੀਦਾ ਹੈ। ਤੁਸੀਂ ਇਹ ਵੀ ਕੁਝ ਪੁੱਛਣਾ ਚਾਹੁੰਦੇ ਸੀਗੇ ਵੀ ਪੁਰਾਣੀ ਟਾਈਮ ਦੇ ਵਿੱਚ ਤੇ ਹੁਣ ਦੇ ਟਾਈਮ ਦੇ ਵਿੱਚ ਔਰਤ ਦੇ ਵਿੱਚ ਕੀ ਫ਼ਰਕ ਹੈ? ਜ਼ਰੂਰ ਫ਼ਰਕ ਹੈ। ਮੇਰੀ ਮਾਤਾ ਜੀ ਹੈਗੀ ਆ, ਉਹਨਾਂ ਨੇ ਸਿਰਫ 10ਵੀਂ ਕੀਤੀ ਹੈ, ਉਹਨਾਂ ਨੇ ਇੱਕ 10ਵੀਂ ਹੋਣ ਦੇ ਬਾਵਜੂਦ ਮੈਨੂੰ ਪੜ੍ਹਾਇਆ ਹੈ। ਹਾਂ, ਉਹਨਾਂ ਦੇ ਵਿੱਚ ਸਿਰਫ ਇੱਕ ਪੜ੍ਹਾਈ ਦੀ ਕਮੀ ਸੀਗੀ, ਬਟ ਉਹਨਾਂ ਦੇ ਵਿੱਚ ਮੈਂ ਕਹਾਂਗੀ ਵੀ ਨੌਲੇਜ ਦੀ ਕਮੀ ਨਹੀਂ ਹੈ। ਸੋ ਨੌਲੇਜ ਤੇ ਪੜ੍ਹਾਈ ਦੇ ਵਿੱਚ ਬਹੁਤ ਡਿਫਰੈਂਸ ਹੈ। ਪੜ੍ਹਾਈ ਕਿਤਾਬੀ ਹੈ, ਨੌਲੇਜ ਜਿਹੜੀ ਸਾਨੂੰ ਆਪਣੇ ਦਿਮਾਗ ਤੋਂ, ਪਰਮਾਤਮਾ ਤੋਂ ਸਾਨੂੰ ਉਹ ਮਿਲਦੀ ਹੈਗੀ ਆ। ਸੋ ਪੜ੍ਹਾਈ ਕਰਕੇ ਅਸੀਂ ਜੌਬ ਕਰਦੇ ਹਾਂ, ਪੜ੍ਹਾਈ ਕਰਕੇ ਅਸੀਂ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਾਂ, ਬਟ ਨੌਲੇਜ ਦੇ ਨਾਲ ਅਸੀਂ ਇਹ ਪੂਰਾ ਸੰਸਾਰ ਚਲਾ ਸਕਦੇ ਹਾਂ। ਸੋ ਇੰਨਾ ਹੀ ਮੈਂ ਕਹਾਂਗੀ ਵੀ ਸਾਡਾ ਸਮਾਜ ਜਿਹੜਾ ਹੈਗਾ ਉਸ ਔਰਤ ਨੂੰ ਔਰਤ ਵਾਂਗੂ ਉਸ ਨੂੰ ਦੇਖੇ, ਇਸ ਨੂੰ ਇੱਕ ਆਈਟਮ ਵਾਂਗੂ ਨਾ ਦੇਖੇ। ਉਸ ਨੂੰ ਜਿਹੜਾ ਇੱਕ ਅੱਜ ਕੱਲ੍ਹ ਗਾਣਿਆਂ ਦੇ ਵਿੱਚ ਔਰਤ ਨੂੰ ਆਈਟਮ ਕਿਹਾ ਜਾਂਦਾ ਹੈ, ਕੁਛ ਕਿਹਾ ਜਾਂਦਾ ਹੈਗਾ। ਸੋ ਔਰਤ ਇੱਕ ਮਰਦ ਦੇ ਬਰਾਬਰ ਖੜੀ ਹੈ, ਉਸ ਨੂੰ ਅਸੀਂ ਇਸ ਤਰ੍ਹਾਂ ਦੇ ਕੋਈ ਵਰਡ ਯੂਜ਼ ਕਰਕੇ ਉਸ ਦੀ ਜਿਹੜੀ ਔਕਾਤ ਨੂੰ ਅਸੀਂ ਨੀਵਾਂ ਨਾ ਕਰੀਏ। ਔਰਤ ਬੜੀ ਹੀ ਪੂਜਨੀਕ ਚੀਜ਼ ਹੈ, ਔਰ ਔਰਤ ਜਿਹੜੀ ਹੈਗੀ ਉਹ ਕਿੰਨੀਆਂ ਵੱਡੀਆਂ ਪੋਸਟ ਤੇ ਪਹੁੰਚੀ ਹੋਈ ਹੈ, ਸਾਡੀ ਈਵਨ ਪ੍ਰਾਈਮ ਮਿਨਿਸਟਰ ਤੱਕ ਔਰਤ ਰਹੀ ਹੈ। ਸੋ ਕੋਈ ਪੋਸਟ ਇਹੋ ਜਿਹੀ ਨਹੀਂ ਹੈਗੀ ਜਿੱਥੇ ਸਾਡੀ ਔਰਤ ਨਹੀਂ ਜਾਂਦੀ, ਬਟ ਸਾਨੂੰ ਉਸ ਨੂੰ ਸਮਾਜ ਨੂੰ ਪ੍ਰੋਪਰ, ਸਾਡੇ ਸਪੈਸ਼ਲੀ ਇੰਡੀਅਨ ਸਮਾਜ ਨੂੰ ਇੱਕ ਔਰਤ ਨੂੰ ਪ੍ਰੋਪਰ ਸਪੋਰਟ ਦੇਣੀ ਪੈਣੀ ਹੈ, ਉਸ ਨੂੰ ਪ੍ਰੋਪਰ ਐਟਮੋਸਫੀਅਰ ਦੇਣਾ ਪੈਣਾ, ਤਾਂ ਹੀ ਸਾਡੀਆਂ ਬੱਚੀਆਂ ਅੱਗੇ ਸੇਫ ਮਹਿਸੂਸ ਕਰਨਗੀਆਂ। ਥੈਂਕ ਯੂ। ਤੇ ਹੁਣ ਸਾਡੇ ਨਾਲ ਟੈਂਪਟੇਸ਼ਨਸ ਦੇ ਓਨਰਸ ਪਾਇਲ ਜੈਨ ਜੀ ਮੌਜੂਦ ਨੇ, ਇਹਨਾਂ ਨਾਲ ਗੱਲ ਕਰਦੇ ਹਾਂ ਜੀ। ਨਮਸਕਾਰ ਮੈਮ, ਬਹੁਤ ਸਵਾਗਤ ਹੈ ਤੁਹਾਡਾ ਸਟੈਲਰ ਨਿਊਜ਼। ਗੁੱਡ ਈਵਨਿੰਗ ਮੈਮ। ਮੈਮ, ਅੱਜ ਵੀ ਕਈ ਪੇਰੈਂਟਸ ਇਹੋ ਜਿਹੇ ਨੇ, ਕਈ ਫੈਮਿਲੀਜ਼ ਇਹੋ ਜਿਹੀਆਂ ਨੇ ਜੋ ਕਿ ਬੇਟੀ ਦੇ ਜੰਮਣ 'ਤੇ ਨਿਰਾਸ਼ ਹੋ ਜਾਂਦੀਆਂ ਨੇ, ਅਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇਕਰ ਅਸੀਂ ਆਪਣੀ ਬੇਟੀ ਨੂੰ ਘਰ ਤੋਂ ਬਾਹਰ ਕੱਢਾਂਗੇ ਜਾਂ ਉਹਨੂੰ ਕਿਤੇ ਪੜ੍ਹਾਵਾਂਗੇ ਤਾਂ ਉਹ ਬਹੁਤ ਜ਼ਿਆਦਾ ਅਸੁਰੱਖਿਅਤ ਮਹਿਸੂਸ ਕਰਦੇ ਨੇ, ਅਤੇ ਇਹਦੇ ਬਾਰੇ ਮੈਮ ਤੁਸੀਂ ਕੀ ਕਹੋਗੇ? सबसे पहले तो मैं आप सबको वुमेंस डे पे बधाई दूंगी। ये सोच, ये मानसिकता, ये जो समाज के आप कह दो रूढ़िवादी नियम हैं, वो ही ये सब कल्टीवेट करते हैं इन थॉट्स को। तो अगर हम वुमेन एम्पावरमेंट की बात करें, सबसे पहले तो इट इज़ द पावर ऑफ वुमेन टू टेक हर ओन डिसीजंस, मेक हर ओन चॉइसेस। वो अपने डिसीजंस खुद ले, अपनी फैमिली के लिए, अपने बच्चों के लिए, एंड एट लार्ज पूरी सोसाइटी के लिए। तो वो सब करने के लिए उसको एजुकेशन बहुत ज़रूरी है ना। तो फर्स्ट ऑफ ऑल वो पावर उसको आएगी एजुकेशन से, और उस एजुकेशन को वो सही रूप में, सही सांचे में ढाले, अपने बच्चों को उतना इनेबल करे कि जो प्रिविलेजेस शायद उसको नहीं मिले
वो आने वाले समय में उसके चाहे बेटा हो चाहे बेटी हो, दोनों को इतना काबिल बनाए टू रिस्पेक्ट ईच अदर। ग्रेजुअली ये जो डिफरेंसेस हैं ये एक ओवरनाइट में रिमूव नहीं होंगे, है ना। ओवरनाइट चेंजेस नहीं आते। एक होता है कि कुछ एक लॉ इन्फोर्स कर दिया उससे चेंज, ये ऐसे चेंजेस नहीं हैं, ये सोशल चेंजेस हैं। इनको लाने के लिए हमें अभी से वर्क करना होगा। फॉर एग्ज़ाम्पल अगर मैं अपनी लाइफ देखूं, आई हैव बीन बॉर्न टू अ वेरी गुड फैमिली, आई मीन टू से अ सेट ऑफ गुड पेरेंट्स कि विच गेव मी दोज प्रिविलेजेस कि आज I stand here, I have my own identity, and plus the credit also goes to my in-laws, है ना, जिन्होंने मुझे ये ड्रीम्स पूरे करने के मौके दिए। तो बाय एंड लार्ज मेरे पेरेंट्स, मेरे इन-लॉज, उन्होंने वो चेंज स्टार्ट किया, राइट। मैं आज इस मुकाम पे पहुंची। अब अपनी इन पावर्स का यूज़ मैं कैसे करूं? मैं कैसे करूं? अपने बच्चों को इतना सशक्त बना के, इतनी उनमें कैपेबिलिटीज़ ऐड करके, अपने आसपास का माहौल, अपना एनवायरनमेंट हमें जब वो अच्छा क्रिएट कर देंगे, ऑटोमेटिकली एक छोटे लेवल से जो चेंज शुरू होता है, इट विल हैव अ रिपल इफ़ेक्ट। वो पूरी सोसाइटी, पूरी कम्युनिटी में स्प्रेड होगा। एंड ओवर जनरेशन्स, मे बी 2, 3, 4 जनरेशन्स, ये चीज़ ख़त्म हो जाएगी। जेंडर इनइक्वालिटी, ये वर्ड्स रहेंगे ही नहीं, बिकॉज हमारे बच्चे उस फेज़ में से निकलेंगे ही नहीं जहाँ पे उन्होंने डिस्पैरिटीज़ देखी हों। तो इन सब का बेस जो मैं मानती हूँ, दैट इज़ अवेयरनेस एंड एजुकेशन, दैट इज़ मस्ट। तो वो जो आप डर कह रहे हो कि पेरेंट्स को डर लगता है कि हम अपने बच्चों को बाहर पढ़ने ना भेजें, खासकर गर्ल चाइल्ड को, दैट विल बी रिमूव्ड ग्रेजुअली। तो सिर्फ वुमेन को ही उसमें टारगेट नहीं करना, हमें मेल को भी, अपने मेल चाइल्ड को भी एजुकेट करना है, हाउ टू रिस्पेक्ट द अदर जेंडर। सो ग्रेजुअली ये चीज़ें ओवरनाइट नहीं होंगी, ग्रेजुअली द ट्रिगर इज़ ऑलरेडी देयर, स्टार्ट हो चुके हैं ये चेंजेस। व्हाट वी नीड इज़, द नीड ऑफ द आवर इज़ कि हम उसको कैरी फॉरवर्ड करें। सोसाइटी की जो पिछले पुरानी रूढ़िवादी जो कह लो, जो ट्रेडिशंस या कल्चर्स के नाम पे जो गलत प्रथाएं चल रही हैं, उनको बंद करें। एंड वी मूव ऑन टू विद अ गुड विजन, एक अच्छी सोसाइटी की विजन रख के हम वैसे ही अपने बच्चों को शेप अप करें, उनके थॉट्स को शेप अप करें, उनके कैरेक्टर को शेप अप करें। तो दैट विल मेक अ गुड इम्पैक्ट ऑन सोसाइटी। मैम ਤੁਸੀਂ ਬਾਕੀ ਮਹਿਲਾਵਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੋਗੇ? मैं उनको यही कहूँगी, मेक द राइट चॉइसेस फॉर योर सेल्फ, फॉर योर फैमिली, फॉर सोसाइटी। हम कुछ भी ठान लें, हमें नारी शक्ति जिसको कहते हैं, नथिंग इज़ इम्पॉसिबल फॉर अस। तो इफ़ वी डिसाइड कि टू मेक अ चेंज इन द सोसाइटी, वी कैन मेक अ विजिबल इम्पैक्ट। ये ज़रूरी नहीं है यू हैव टू बी अर्निंग, यू हैव टू लाइक कुछ अपना एक बिज़नेस शुरू करना है, कुछ आपको कुछ बन के दिखाना है कॉरपोरेट सेक्टर में। वो नेम एंड फेम तो है, बट आप घर रह के अपने बच्चों को, मैं फिर से यही कहूँगी, वुमेन एम्पावरमेंट का सबसे बड़ा जो इम्पैक्ट है, दैट इज़ टू रेज़ योर किड्स विथ सच अ पावर दैट दे कैन चेंज द सोसाइटी। उनको ऐसी विजन से रेज़ करो कि वो इम्पैक्ट बनाए सोसाइटी में, कि ये जो आपकी गलत धारणाएं हैं इनको वही तोड़ेंगे। आप उनका एक सपोर्ट सिस्टम बनिए, उनको एजुकेट कीजिए। एजुकेशन फॉर वेदर इट इज़ गर्ल और अ बॉय, इट इज़ मस्ट। नॉर्थ पोल में पूरी वुमेन कैबिन ने फ्लाई किया, तो वी हैव दैट पावर, वी कैन डू एनीथिंग, वी कैन रीच स्टार्स एंड we can achieve whatever we want. But education and awareness and character build up, these are the basis of like new society. ये उसके नए pillars हैं। तो इनकी बॉन्डिंग, इनको जितना हम फर्मली बॉन्ड करेंगे अपने बच्चों को, जितना अच्छे से एजुकेट करेंगे, तो आई डोंट थिंक कि ओवर अ पीरियड ऑफ टाइम ये डिस्पैरिटीज़ रहेंगी। they are smart enough, our kids, they are smart enough, they understand
and they'll build a better future and a good society. I'm very sure about it. ਦ ਸਟੈਲਿਨ ਨਿਊਜ਼ ਦੇ ਲਈ ਮੁਕਤਾ ਵਾਲੀਆ, ਸ਼ਵੇਤਾ ਰਾਣਾ ਦੇ ਨਾਲ ਕੈਮਰਾਮੈਨ ਜਤਿੰਦਰ ਪ੍ਰਿੰਸ ਦੀ ਰਿਪੋਰਟ।